ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਆਪਾਂ ਪਿਛਲੇ ਸਮੇਂ ਤੋਂ ਸਮਝਦੇ ਆ ਰਹੇ ਹਾਂ, ਭਗਤ ਧੰਨਾ ਜੀ ਦੇ ਸੰਬੰਧ ਵਿੱਚ ਉਹਨਾਂ ਦੇ ਜੀਵਨ ਬਾਰੇ ਅਤੇ ਉਹਨਾਂ ਦੀ ਪਰਮ ਪਵਿੱਤਰ ਬਾਣੀ ਬਾਰੇ। ਆਪਾਂ ਪਿਛਲੇ ਐਤਵਾਰ ਉਹਨਾਂ ਦਾ ਪਹਿਲਾ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 487 ਤੇ ਦਰਜ ਹੈ ਸਮਝਿਆ ਸੀ, ਜਿਸ ਵਿੱਚ ਆਪਾਂ ਨੂੰ ਉਹ ਸਮਝਾ ਰਹੇ ਸਨ ਕਿ ਸਾਡੇ ਬਹੁਤ ਸਾਰੇ ਜਨਮ ਭਟਕਦਿਆਂ ਭਰਮਦਿਆਂ ਬਤੀਤ ਹੋ ਗਏ ਨੇ। ਸਾਡਾ ਇਹ ਤਨ ਮਨ ਅਤੇ ਧਨ ਕਦੀ ਵੀ ਟਿਕਿਆ ਨਹੀਂ ਰਹਿੰਦਾ, ਭਾਵ ਇਸ ਦੀ ਵੀ ਨਹੀਂ ਬਿਨਸਣ ਵਾਲਾ ਇਹ ਸਭ ਕੁਝ। ਤੇ ਇਸ ਬਿਨਸਣਹਾਰ ਸੰਸਾਰ ਦੇ ਅੰਦਰ ਅਸੀਂ ਬਹੁਤ ਵਾਰੀ ਆ ਚੁੱਕੇ ਹਾਂ, ਜਾ ਚੁੱਕੇ ਹਾਂ। ਇਸ ਗੇੜ ਵਿੱਚ ਅਸੀਂ ਕਿਉਂ ਪੈ ਰਹਿੰਦੇ ਹਾਂ? ਭਗਤ ਜੀ ਨੇ ਸਾਨੂੰ ਇਹ ਗੱਲ ਸਮਝਾਈ ਸੀ ਕਿ ਸਾਡੇ ਮਨ ਵਿੱਚੋਂ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਜੋ ਹੈ ਉਹ ਵਿਸਰ ਗਿਆ ਹੈ। ਤੇ ਵਿਸਰ ਜਾਣ ਦਾ ਕਾਰਨ ਉਹਨਾਂ ਨੇ ਦੱਸਿਆ ਕਿ ਅਸੀਂ ਵਿਕਾਰਾਂ ਵਿੱਚ ਰੱਤੇ ਰਹਿੰਦੇ ਹਾਂ। ਸਾਡਾ ਮਨ ਕਦੀ ਲਾਲਚ ਵਿੱਚ, ਕਦੀ ਕਾਮ ਵਿੱਚ ਤੇ ਕਦੀ ਹੋਰ ਵਿਕਾਰਾਂ ਵਿੱਚ ਲੁਭਾਏਮਾਨ ਰਹਿੰਦਾ ਹੈ, ਜਿਸ ਕਰਕੇ ਸਾਨੂੰ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਵਿਸਰ ਜਾਂਦਾ ਹੈ। ਤੇ ਇਹ ਪਰਮੇਸ਼ਵਰ ਦਾ ਨਾਮ ਵਿਸਰ ਜਾਣਾ, ਮਨ ਦਾ ਵਿਸ਼ੇ ਵਿਕਾਰਾਂ ਵਿੱਚ ਖਚਤ ਰਹਿਣਾ, ਜਨਮ ਤੇ ਮਰਨ ਦਾ ਕਾਰਨ ਬਣ ਜਾਂਦਾ ਹੈ। ਤੇ ਅਖੀਰ ਵਿੱਚ ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਸੀ ਕਿ ਸਾਨੂੰ ਸੰਤ ਜਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਚਾਹੀਦਾ ਹੈ। ਅਸੀਂ ਇਹਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਵੇਂ ਗੁਰੂ ਦੀ ਸੰਗਤ, ਸਤਿਗੁਰੂ ਦੀ ਸੰਗਤ, ਸਾਧੂ ਸੰਗਤ, ਸਤ ਸੰਗਤ ਜਾਂ ਸੰਤਾਂ ਦੀ ਸੰਗਤ, ਇਹ ਸਾਰੇ ਸ਼ਬਦ ਕੇਵਲ ਇੱਕੋ ਜਿਹਾ, ਤਕਰੀਬਨ ਇੱਕੋ ਜਿਹੇ ਅਰਥ ਰੱਖਦੇ ਨੇ। ਸੋ ਜਦੋਂ ਮੈਂ ਸਤ ਸੰਗਤ ਬਾਰੇ ਮਨ ਵਿੱਚ ਵਿਚਾਰ ਕਰਦਾ ਸਾਂ ਕਿ ਭਗਤ ਧੰਨਾ ਜੀ ਸਾਨੂੰ ਕਿੰਨਾ ਸੋਹਣਾ ਸਮਝਾ ਰਹੇ ਨੇ। ਉਹ ਆਖਦੇ ਨੇ, ਭਾਈ ਮੈਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਏ, ਉਸ ਮਾਲਕ ਦੇ ਨਾਲ ਆਪਣੀ ਨੇੜਤਾ ਹਾਸਲ ਕੀਤੀ ਏ। ਤੇ ਉਹਦਾ ਜੋ ਢੰਗ ਏ ਉਹ ਹੈ ਸੰਤਾਂ ਦੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ, ਹੋਰ ਕੋਈ ਤਰੀਕਾ ਨਹੀਂ। ਸੋ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਇਆ ਅਸੀਂ ਕਿਵੇਂ ਪ੍ਰਭੂ ਦੀ ਪ੍ਰਾਪਤੀ ਕਰਦੇ ਹਾਂ, ਇਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਵਿੱਤਰ ਬਚਨ ਬਾਣੀ ਵਿੱਚ ਲਿਖੇ ਨੇ। ਉਹ ਆਖਦੇ ਨੇ, ਜੇ ਲੋੜ ਹੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰ ਹੈ ਬਤਾਈ, ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗ੍ਰਾਮ। ਆਪ ਜੀ ਫਰਮਾਉਂਦੇ ਨੇ ਕਿ ਐ ਵੀਰ, ਜੇ ਤੈਨੂੰ ਸਦੀਵੀ ਸੁਖ ਚਾਹੀਦਾ ਹੈ, ਜੇ ਤੈਨੂੰ ਹਮੇਸ਼ਾ ਆਤਮਿਕ ਸੁਖ ਚਾਹੀਦਾ ਹੈ, ਫਿਰ ਸਾਧੂਆਂ ਦੀ, ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰ। ਗੁਰੂ ਸੰਗਤ ਵਿੱਚ ਆ ਕੇ, ਸਤ ਸੰਗਤ ਵਿੱਚ ਆ ਕੇ ਸਾਨੂੰ ਨਾਮ ਜਪਣ ਬਾਰੇ ਜਾਣਕਾਰੀ ਮਿਲਦੀ ਏ, ਪ੍ਰੇਰਨਾ ਮਿਲਦੀ ਏ।
ਨਾਮ ਕੀ ਏ ਇਹ ਸਮਝ ਪੈਂਦੀ ਏ, ਜਪਣਾ ਕਿਉਂ ਏ ਇਹ ਸਾਨੂੰ ਸਤ ਸੰਗਤ ਵਿੱਚ ਆ ਕੇ ਹੀ ਪਤਾ ਲੱਗਦਾ ਹੈ। ਇਸ ਲਈ ਸਤਿਗੁਰੂ ਆਖਦੇ ਨੇ ਕਿ ਜਿਹੜੇ ਮਨੁੱਖ ਸਤ ਸੰਗਤ ਵਿੱਚ ਆਉਣ ਲੱਗ ਪੈਂਦੇ ਨੇ, ਗੁਰੂ ਦੀ ਕਿਰਪਾ ਪਾ ਕੇ ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਨੇ। ਸੋ ਸਾਨੂੰ ਹਮੇਸ਼ਾ ਸਾਧੂ ਸੰਗਤ, ਸਤ ਸੰਗਤ, ਗੁਰੂ ਦੀ ਸੰਗਤ ਕਰਦੇ ਹੀ ਰਹਿਣਾ ਚਾਹੀਦਾ ਹੈ। ਸੋ ਭਗਤ ਧੰਨਾ ਜੀ ਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਸ਼ਬਦ ਸੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 487 ਤੇ ਸੁਭਾਇਮਾਨ ਸੀ। ਉਹਨਾਂ ਦੇ ਇਸ ਸ਼ਬਦ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਮਹਿਲਾ ਪੰਜਵਾਂ ਦੇ ਸਿਰਲੇਖ ਹੇਠ ਦਰਜ ਕੀਤਾ। ਉਹ ਸਾਨੂੰ ਇਹ ਗੱਲ ਸਮਝਾਉਣ ਲਈ ਦਰਜ ਕੀਤਾ ਕਿ ਜਿਹੜੀ ਅਸੀਂ ਪ੍ਰਚਲਿਤ ਸਾਖੀ ਸੁਣਦੇ ਹਾਂ, ਕਹਾਣੀ ਸੁਣਦੇ ਹਾਂ ਭਗਤ ਧੰਨਾ ਜੀ ਦੀ, ਜਿਹਦੇ ਵਿੱਚ ਆਮ ਕਰਕੇ ਇਹ ਗੱਲ ਆਖੀ ਜਾਂਦੀ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਦੀ ਪੂਜਾ ਕਰਕੇ ਰੱਬ ਨੂੰ ਪੱਥਰ ਦੇ ਵਿੱਚੋਂ ਪ੍ਰਗਟ ਕਰ ਲਿਆ ਸੀ। ਸੋ ਇੱਕ ਗੱਲ ਤੇ ਅਸੀਂ ਇਹ ਸਮਝ ਲਈ ਕਿ ਭਗਤ ਧੰਨਾ ਜੀ ਆਪਣੀ ਜ਼ੁਬਾਨ ਤੋਂ ਇਹ ਗੱਲ ਕਹਿ ਰਹੇ ਨੇ ਕਿ ਧੰਨੈ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਭਈ ਮੈਂ ਵਾਹਿਗੁਰੂ ਜੀ ਨੂੰ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਪਾਇਆ, ਹੋਰ ਮੇਰੇ ਕੋਲ ਕੋਈ ਤਰੀਕਾ ਜਾਂ ਕੋਈ ਜੁਗਤ ਨਹੀਂ ਸੀ। ਉਸ ਗੱਲ ਨੂੰ ਹੁਣ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਹੀ ਸਪਸ਼ਟ ਕਰਨਾ ਚਾਹੁੰਦੇ ਨੇ ਕਿ ਕਿਵੇਂ ਭਗਤ ਧੰਨਾ ਜੀ ਨੇ ਇਹਨਾਂ ਚਾਰ ਭਗਤਾਂ ਦੇ ਬਾਰੇ ਸੁਣਿਆ। ਇਹ ਚਾਰ ਭਗਤ ਨੇ ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ ਅਤੇ ਸੈਨ ਜੀ। ਇਹਨਾਂ ਚਾਰ ਭਗਤਾਂ ਦੇ ਬਾਰੇ ਭਗਤ ਧੰਨਾ ਜੀ ਨੇ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਉਹਨਾਂ ਨੇ ਕਿਵੇਂ ਪ੍ਰਮਾਤਮਾ ਦੀ ਭਗਤੀ ਕੀਤੀ ਤੇ ਉਹ ਕਿਸ ਤਰ੍ਹਾਂ ਸੰਸਾਰ ਵਿੱਚ ਉੱਗੇ ਹੋਏ, ਭਾਵ ਕਿਵੇਂ ਮਸ਼ਹੂਰ ਹੋਏ, ਕਿਵੇਂ ਉਹਨਾਂ ਦੇ ਨਾਮ ਨੂੰ ਲੋਕੀ ਜਾਣਨ ਲੱਗ ਪਏ, ਉਹਨਾਂ ਨੂੰ ਇੱਜ਼ਤ ਤੇ ਮਾਣ ਦੇਣ ਲੱਗ ਪਏ। ਇਹ ਸਾਰਾ ਕੁਝ ਸੁਣ ਕੇ ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਇਹ ਸਾਰੇ ਚਾਰ ਭਗਤਾਂ ਦੇ ਬਾਰੇ ਸੁਣ ਕੇ ਤੇ ਭਗਤ ਧੰਨਾ ਜੀ ਵੀ ਪਰਮਾਤਮਾ ਦੀ ਭਗਤੀ ਵਿੱਚ ਲੱਗ ਪਏ, ਭਾਵ ਨਾਮ ਜਪਣ ਲੱਗ ਪਏ। ਸੋ ਇਹ ਸ਼ਬਦ ਨੰਬਰ 2 ਹੈ ਭਗਤ ਧੰਨਾ ਜੀ ਦੀ ਬਾਣੀ ਵਿੱਚ, ਪਰ ਇਹਦਾ ਜੋ ਸਿਰਲੇਖ ਹੈ ਉਹ ਮਹਿਲਾ ਪੰਜਵਾਂ ਹੈ, ਜਿਸ ਤੋਂ ਸਾਨੂੰ ਸਪਸ਼ਟ ਹੁੰਦਾ ਹੈ ਕਿ ਇਹ ਪੰਜਵੇਂ ਗੁਰੂ ਜੀ ਦਾ ਲਿਖਿਆ ਹੋਇਆ, ਉਚਾਰਿਆ ਹੋਇਆ ਸ਼ਬਦ ਹੈ। ਸੋ ਇਸ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਇੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਜੋ ਸਾਰੰਗ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1207 ਤੇ ਦਰਜ ਹੈ, ਆਪਾਂ ਥੋੜ੍ਹਾ ਜਿਹਾ ਉਹਦੇ ਵੱਲ ਝਾਤੀ ਮਾਰੀਏ। ਉਹਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਿਲਕੁਲ ਇਹਨਾਂ ਹੀ ਚਾਰਾਂ ਭਗਤਾਂ ਦਾ ਵਰਣਨ ਕੀਤਾ ਹੈ। ਭਗਤ ਕਬੀਰ ਜੀ, ਸੈਨ ਜੀ, ਨਾਮਦੇਵ ਤੇ ਰਵਿਦਾਸ ਜੀ। ਉਹ ਸ਼ਬਦ ਇੱਥੋਂ ਸ਼ੁਰੂ ਕਰਦੇ ਨੇ, ਉਆ ਅਵਸਰ ਕੈ ਹਉ ਬਲ ਜਾਈ, ਆਠ ਪਹਿਰ ਆਪਣਾ ਪ੍ਰਭ ਸਿਮਰਨ, ਵੱਡ ਭਾਗੀ ਹਰ ਪਾਈ। ਆਪ ਜੀ ਫਰਮਾਉਂਦੇ ਨੇ ਕਿ ਮੈਂ ਉਸ ਵਕਤ ਤੋਂ ਵੀ ਸਦਕੇ ਜਾਵਾਂ, ਉਸ ਸਮੇਂ ਤੋਂ ਵੀ ਕੁਰਬਾਨ ਜਾਵਾਂ ਜਿਸ ਸਮੇਂ ਮੇਰਾ ਮਨ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜਦਾ ਹੈ। ਜਿਸ ਸਮੇਂ ਮੈਂ ਸਾਧੂਆਂ ਦੀ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਬੈਠਦਾ, ਉਹ ਵਕਤ ਵੀ ਧਨਤਾ ਦੇ ਯੋਗ ਏ ਤੇ ਸਤਿਕਾਰ ਤੇ ਸਲਾਹੁਣ ਦੇ ਯੋਗ ਏ। ਹੁਣ ਆਪ ਜੀ ਫਰਮਾਉਂਦੇ ਨੇ, ਭਲੋ ਕਬੀਰ ਦਾਸ ਦਾਸਨ ਕੋ, ਉੱਤਮ ਸੈਨ ਜਨ ਨਾਈ, ਊਚ ਤੇ ਊਚ ਨਾਮ ਦਿਓ ਸਮਦਰਸੀ, ਰਵਿਦਾਸ ਠਾਕੁਰ ਬਣ ਆਈ। ਇੱਥੇ ਹੁਣ ਉਹ ਦੱਸਦੇ ਨੇ ਕਿ ਕਬੀਰ ਦਾਸ ਦਾਸਾਂ ਦਾ ਦਾਸ ਬਣ ਗਿਆ ਤੇ ਭਲਾ ਇਨਸਾਨ ਬਣ ਗਿਆ, ਬਹੁਤ ਚੰਗਾ ਇਨਸਾਨ ਬਣ ਗਿਆ।
ਸੈਨ ਜਨ ਨਾਈ ਉਸ ਦੀ ਜਾਤੀ ਏ। ਭਗਤ ਸੈਨ ਜੀ ਉਹ ਵੀ ਉੱਤਮ ਬਣ ਗਏ। ਭਗਤ ਨਾਮਦੇਵ ਜੀ ਸਮਦਰਸ਼ੀ ਹੋ ਗਏ। ਉੱਚੀ ਤੋਂ ਉੱਚੀ ਆਤਮਿਕ ਅਵਸਥਾ ਉਹਨਾਂ ਨੇ ਪ੍ਰਾਪਤ ਕਰ ਲਈ। ਉਹਨਾਂ ਦੇ ਜੀਵਨ ਕਾਲ ਵਿੱਚ ਉਹਨਾਂ ਨੂੰ ਹਰ ਇਨਸਾਨ ਵਿੱਚੋਂ, ਹਰ ਜੀਵ ਜੰਤੂ ਵਿੱਚੋਂ, ਭਾਵ ਕਣ ਕਣ ਵਿੱਚੋਂ ਉਹਨਾਂ ਨੂੰ ਪਰਮਾਤਮਾ ਦਾ ਦਰਸ਼ਨ ਹੋਣ ਲੱਗ ਪਿਆ। ਸਮਦਰਸ਼ੀ ਬਣ ਗਏ। ਰਵਿਦਾਸ ਠਾਕੁਰ ਬਣ ਆਈ। ਭਗਤ ਰਵਿਦਾਸ ਜੀ ਦੀ ਆਪਣੇ ਠਾਕੁਰ ਭਾਵ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਾਣ ਆ ਗਈ। ਸੋ ਇਹਨਾਂ ਚਾਰਾਂ ਭਗਤਾਂ ਦੇ ਨਾਂ ਦਾ ਵਰਣਨ ਕਰਕੇ ਸਤਿਗੁਰੂ ਆਖਦੇ ਨੇ ਕਿ ਇਹਨਾਂ ਦੀ ਬਾਣ ਕਿਵੇਂ ਆ ਗਈ, ਇਹ ਉੱਤਮ ਕਿਵੇਂ ਹੋ ਗਏ, ਇਹ ਭਲੇ ਇਨਸਾਨ ਕਿਵੇਂ ਬਣ ਗਏ। ਆਪ ਜੀ ਫਰਮਾਉਂਦੇ ਨੇ, ਜੀਓ ਪਿੰਡ ਤਨ ਧਨ ਸਾਧਨ ਕਾ, ਇਹ ਮਨ ਸੰਤ ਰੇ ਨਾਈ, ਸੰਤ ਪ੍ਰਤਾਪ ਭਰਮ ਸਭ ਨਾਸੇ, ਨਾਨਕ ਮਿਲੇ ਗੁਸਾਈ। ਸੋ ਇੱਥੇ ਵੀ ਸਤਿਗੁਰੂ ਜੀ ਇਹ ਗੱਲ ਸਮਝਾ ਰਹੇ ਨੇ ਕਿ ਭਾਈ ਜਿਨ੍ਹਾਂ ਗੁਰਮੁਖਾਂ ਨੇ ਆਪਣਾ ਜਿੰਦ, ਜੀਓ ਮੈਨੇ ਜਿੰਦ, ਪਿੰਡ ਮੈਨੇ ਸਰੀਰ, ਜੀਓ ਪਿੰਡ, ਤਨ ਧਨ, ਆਪਣਾ ਭਾਵ ਸਾਰਾ ਸਰੀਰ ਤੇ ਸਾਰਾ ਧਨ, ਸਾਧਨ ਕਾ, ਸਾਧਨ ਦਾ ਅਰਥ ਸਾਧੂਆਂ ਦਾ, ਇਹ ਮਨ ਸੰਤ ਰੇ ਨਾਈ। ਰੇ ਨਾਈ ਦਾ ਮਤਲਬ ਰੇਨ ਚਰਨ ਧੂੜੀ, ਸੰਤਾਂ ਦੀ ਚਰਨ ਧੂੜੀ, ਭਾਵ ਜਿਨ੍ਹਾਂ ਗੁਰਮੁਖਾਂ ਦਾ ਮਨ ਸੰਤਾਂ ਦੀ ਚਰਨ ਧੂੜੀ ਬਣ ਗਿਆ, ਜਿਨ੍ਹਾਂ ਨੇ ਆਪਣਾ ਆਪਾ ਸਭ ਕੁਝ ਹੀ ਮਹਾਂਪੁਰਸ਼ਾਂ ਦੇ ਸਮਰਪਿਤ ਕਰ ਦਿੱਤਾ, ਉਹਨਾਂ ਗੁਰਮੁਖਾਂ ਦਾ ਸੰਤ ਪ੍ਰਤਾਪ ਭਰਮ ਸਭ ਨਾਸੇ, ਸੰਤਾਂ ਦੀ ਕਿਰਪਾ ਨਾਲ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਨਾਨਕ ਮਿਲੇ ਗੁਸਾਈ, ਤੇ ਉਹਨਾਂ ਨੂੰ ਸੁਆਮੀ ਮਾਲਕ ਵਾਹਿਗੁਰੂ ਜੀ ਦਾ ਦਰਸ਼ਨ ਹੋਇਆ, ਭਾਵ ਮਾਲਕ ਉਹਨਾਂ ਨੂੰ ਮਿਲ ਪਿਆ। ਸੋ ਇਸ ਸ਼ਬਦ ਵਿੱਚ ਵੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਭਾਈ ਜਿਨ੍ਹਾਂ ਜਿਨ੍ਹਾਂ ਨੂੰ ਵੀ ਰੱਬ ਦਾ ਦਰਸ਼ਨ ਹੋਇਆ, ਜਿਨ੍ਹਾਂ ਜਿਨ੍ਹਾਂ ਨੂੰ ਰੱਬ ਦੀ ਨੇੜਤਾ ਹੋਈ, ਉਹਨਾਂ ਸਭਨਾਂ ਨੇ ਸਾਧੂ ਸੰਗਤ ਹੀ ਕੀਤੀ। ਮਹਾਂਪੁਰਸ਼ਾਂ ਦੀ ਸੰਗਤ ਕਰਕੇ ਹੀ ਕੋਈ ਮਨੁੱਖ ਰੱਬ ਦੇ ਨੇੜੇ ਪਹੁੰਚਦਾ ਹੈ। ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਇਸ ਦੁਨੀਆ ਦੇ ਅੰਦਰ ਅਸੀਂ ਕਿਸੇ ਵੀ ਮੁਕਾਮ ਤੇ ਪਹੁੰਚਣਾ ਚਾਹੀਏ, ਕਿਸੇ ਖੇਤਰ ਵਿੱਚ, ਤੇ ਸਾਨੂੰ ਉਹੋ ਜਿਹੀ ਪੜ੍ਹਾਈ ਪੜ੍ਹਨੀ ਪੈਂਦੀ, ਸਾਨੂੰ ਉਹੋ ਜਿਹਾ ਕਿਰਤ ਤੇ ਕਿੱਤਾ ਅਪਣਾਉਣਾ ਪੈਂਦਾ। ਇਸੇ ਹੀ ਤਰ੍ਹਾਂ ਜੇ ਅਸੀਂ ਰੱਬ ਨਾਲ ਸਾਂਝ ਵਧਾਉਣਾ ਚਾਹੁੰਦੇ ਹਾਂ ਤੇ ਸਾਨੂੰ ਉਹਨਾਂ ਲੋਕਾਂ ਦੀ ਸੰਗਤ ਵਿੱਚ ਬੈਠਣਾ ਪਏਗਾ ਜਿਨ੍ਹਾਂ ਦੀ ਰੱਬ ਨਾਲ ਸਾਂਝ ਬਣੀ ਹੋਈ ਹੋਵੇ। ਸੋ ਆਓ ਹੁਣ ਅਸੀਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਵਿੱਤਰ ਸ਼ਬਦ, ਜੋ ਭਗਤ ਧੰਨਾ ਜੀ ਦੀ ਬਾਣੀ ਦੇ ਦਰਮਿਆਨ ਸ਼ਬਦ ਨੰਬਰ 2 ਹੈ, ਜਿਸ ਵਿੱਚ ਆਪ ਜੀ ਫਰਮਾ ਰਹੇ ਨੇ ਕਿ ਭਗਤ ਧੰਨਾ ਜੀ ਕਿਵੇਂ ਇਹਨਾਂ ਚਾਰ ਭਗਤਾਂ ਦੇ ਬਾਰੇ ਸੁਣ ਕੇ ਭਗਤੀ ਕਰਨ ਲੱਗਿਆ। ਆਪ ਜੀ ਫਰਮਾਉਂਦੇ ਨੇ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਕਿਵੇਂ ਨਾਮਦੇਵ ਦਾ ਮਨ ਵਾਹਿਗੁਰੂ ਜੀ ਦੀ ਸੰਗਤ ਵਿੱਚ, ਭਾਵ ਉਹਨਾਂ ਦੇ ਨਾਮ ਸਿਮਰਨ ਵਿੱਚ ਲੀਨ ਹੋ ਗਿਆ। ਜਦੋਂ ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਇਆ ਤੇ ਇਸ ਦੇ ਸਿੱਟੇ ਵਜੋਂ ਆਡ ਦਾਮ ਕੋ ਛੀਪਰੋ ਹੋਇਓ ਲਾਖੀਨਾ। ਆਡ ਦਾਮ ਤੋਂ ਮਤਲਬ ਹੈ ਅੱਧੀ ਦਮੜੀ, ਭਾਵ ਕੌਡੀ ਦਾ ਬੰਦਾ, ਜਿਹਦੀ ਉਸ ਵਕਤ ਦੇ ਸਮਾਜ ਵਿੱਚ ਜਰਾ ਜਿੰਨੀ ਵੀ ਕੋਈ ਕੀਮਤ ਨਹੀਂ ਸੀ ਮਿਥੀ ਜਾਂਦੀ। ਹੋਇਓ ਲਾਖੀਨਾ, ਲਾਖੀਨਾ ਦਾ ਮਤਲਬ ਹੈ ਲੱਖਾਂ ਦਾ ਹੋ ਗਿਆ, ਜਿਸ ਤੋਂ ਮਤਲਬ ਹੈ ਕਿ ਉਹ ਸਮਾਜ ਦੇ ਵਿੱਚ ਬਹੁਤ ਵੱਡੀ ਇੱਜ਼ਤ ਦਾ ਮਾਲਕ ਬਣ ਗਿਆ। ਇਹ ਕਿਵੇਂ ਬਣ ਗਿਆ
ਕੇਵਲ ਤੇ ਕੇਵਲ ਆਪਣੇ ਮਨ ਨੂੰ ਵਾਹਿਗੁਰੂ ਜੀ ਦੇ ਨਾਮ ਵਿੱਚ ਲੀਨ ਕਰਕੇ ਉਹਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ। ਭਗਤ ਨਾਮਦੇਵ ਜੀ ਦੇ ਕੋਲ ਉਹਨਾਂ ਦੇ ਸਾਥੀ ਭਗਤ ਤ੍ਰਿਲੋਚਨ ਜੀ ਇੱਕ ਵਾਰੀ ਆਏ ਸਨ ਤੇ ਉਹਨਾਂ ਨੇ ਇੱਕ ਸਵਾਲ ਕੀਤਾ ਸੀ, ਨਾਮਦੇਵ ਤੈਨੂੰ ਮੈਂ ਜਦੋਂ ਵੇਖਦਾ ਤੂੰ ਕੰਮ ਧੰਦੇ ਵਿੱਚ ਉਲਝਿਆ ਰਹਿਣਾ, ਤੂੰ ਪ੍ਰਭੂ ਦੀ ਭਗਤੀ ਕਿਹੜੇ ਵੇਲੇ ਕਰਦਾ ਹੋਵੇਂਗਾ। ਉਹਦਾ ਜਵਾਬ ਦਿੰਦਿਆਂ ਭਗਤ ਨਾਮਦੇਵ ਜੀ ਨੇ ਆਖਿਆ ਸੀ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ। ਅਸੀਂ ਇਹ ਸਮਝਣਾ ਹੈ ਕਿ ਮਨ ਨੂੰ ਲੀਨ ਕਿਵੇਂ ਕਰਨਾ ਹੈ ਵਾਹਿਗੁਰੂ ਜੀ ਦੀ ਭਗਤੀ ਵਿੱਚ। ਨਾਮਦੇਵ ਨੇ ਕਿਵੇਂ ਲੀਨ ਕਰ ਲਿਆ ਸੀ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਬਚਨ ਜਿਹੜੇ ਨੇ ਤ੍ਰਿਲੋਚਨ ਜੀ ਦੇ ਤੇ ਭਗਤ ਨਾਮਦੇਵ ਜੀ ਦੇ ਆਪਸ ਵਿੱਚ ਹੋਏ ਨੇ। ਇਹਨਾਂ ਨੂੰ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ। ਭਗਤ ਕਬੀਰ ਜੀ ਇਹ ਗੱਲ ਕਹਿ ਰਹੇ ਨੇ ਕਿ ਤ੍ਰਿਲੋਚਨ ਜੀ ਨੇ ਇਹ ਸਵਾਲ ਕੀਤਾ ਤੇ ਨਾਮਦੇਵ ਜੀ ਨੇ ਇਹ ਜਵਾਬ ਦਿੱਤਾ। ਸੋ ਇਹਦਾ ਮਤਲਬ ਕਿ ਭਗਤ ਤ੍ਰਿਲੋਚਨ ਜੀ ਤੇ ਭਗਤ ਨਾਮਦੇਵ ਜੀ ਸਮਕਾਲੀ ਨੇ। ਕਬੀਰ ਸਾਹਿਬ ਉਹਨਾਂ ਦੇ ਸਮਕਾਲੀ ਨੇ ਜਾਂ ਉਹਨਾਂ ਤੋਂ ਬਾਅਦ ਵਿੱਚ ਹੋਏ ਨੇ। ਸੋ ਅਸੀਂ ਇਹ ਸਮਝ ਸਕਦੇ ਹਾਂ ਕਿ ਨਾਮਦੇਵ ਨੇ ਆਪਣਾ ਮਨ ਕੰਮ ਧੰਦਾ ਕਰਦਿਆਂ, ਜੋ ਵੀ ਉਹਨਾਂ ਦਾ ਕਿੱਤਾ ਸੀ, ਉਸ ਕਿੱਤੇ ਨੂੰ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ। ਸੋ ਮੁੱਖ ਤੋਂ ਰਾਮ ਸੰਭਾਲ ਤੋਂ ਮਤਲਬ ਹੈ ਕਿ ਆਪਣੀ ਸੁਰਤ ਨੂੰ ਵਾਹਿਗੁਰੂ ਜੀ ਨਾਲ ਜੋੜ। ਮੂੰਹ ਤੋਂ ਰਾਮ ਦਾ ਨਾਮ ਜਪ, ਪਰ ਇਹ ਨਹੀਂ ਤੂੰ ਵਿਹਲਾ ਬਹਿ ਕੇ ਜਪੇ, ਹੱਥਾਂ ਪੈਰਾਂ ਨਾਲ ਚੱਲਦਾ ਫਿਰਦਾ ਕੰਮ ਧੰਦਾ ਕਰਦਾ ਹੋਇਆ ਪ੍ਰਭੂ ਦੀ ਭਗਤੀ ਕਰਿਆ ਕਰ। ਜਿਸ ਤੋਂ ਮਤਲਬ ਇਹ ਵੀ ਨਹੀਂ ਲੈਣਾ ਕਿ ਅਸੀਂ ਕਿਤੇ ਅੰਮ੍ਰਿਤ ਵੇਲੇ ਬਹਿ ਕੇ ਨਹੀਂ ਜਪਣਾ, ਵੀ ਹਰ ਵਕਤ ਅਸੀਂ ਤੁਰਦੇ ਫਿਰਦਿਆਂ ਜਪਣਾ ਹੈ, ਇਹ ਵੀ ਨਹੀਂ। ਅੰਮ੍ਰਿਤ ਵੇਲੇ ਥੋੜ੍ਹਾ ਸਮਾਂ ਪ੍ਰਭੂ ਦੀ ਭਗਤੀ ਵਿੱਚ ਮਨ ਚਿੱਤ ਜੋੜ ਕੇ ਬੈਠ ਕੇ ਉਹਦੇ ਵਿੱਚ ਮਨ ਨੂੰ ਲੀਨ ਕਰਨਾ। ਜੇ ਅਸੀਂ ਸਵੇਰੇ ਉੱਠ ਕੇ ਇਸ ਤਰ੍ਹਾਂ ਥੋੜ੍ਹਾ ਜਿਹਾ ਅਭਿਆਸ ਪਕਾ ਲਈਏ ਤੇ ਫਿਰ ਸਾਰਾ ਦਿਨ ਸਾਡੇ ਮਨ ਵਿੱਚ, ਸਾਡੇ ਮੁਖ ਤੋਂ ਰਾਮ ਦਾ ਨਾਮ, ਵਾਹਿਗੁਰੂ ਦਾ ਨਾਮ ਆਪਣੇ ਆਪ ਨਿਕਲਦਾ ਰਹੇਗਾ। ਭਾਵ ਸਾਡਾ ਮਨ ਆਪਣੇ ਆਪ ਉਸ ਨੂੰ ਬੋਲਦਾ ਰਹੇਗਾ। ਇਸ ਤਰ੍ਹਾਂ ਮਨ ਲੀਨ ਹੋ ਜਾਂਦਾ ਹੈ ਵਾਹਿਗੁਰੂ ਜੀ ਦੀ ਭਗਤੀ ਵਿੱਚ। ਹੌਲੀ ਹੌਲੀ ਸਮਾਂ ਪਾ ਕੇ, ਮੈਂ ਇੱਕ ਦਿਨ ਮਸਕੀਨ ਜੀ ਨੂੰ ਸੁਣਦਾ ਸਾਂ, ਉਹ ਕਹਿੰਦੇ ਨੇ ਬਈ ਸ਼ੁਰੂ ਕਰੋ, ਤੇ ਉਹ ਤੇ ਕਹਿ ਰਹੇ ਸੀ ਭਾਵੇਂ 20 ਮਿੰਟ ਤੋਂ ਹੀ ਸ਼ੁਰੂ ਕਰੋ ਸਵੇਰੇ ਉੱਠ ਕੇ। ਭਾਵ ਥੋੜ੍ਹਾ ਜਿਹਾ ਸਮਾਂ ਪ੍ਰਭੂ ਦੀ ਭਗਤੀ ਵਿੱਚ ਮਨ ਜ਼ਰੂਰ ਜੋੜੋ। ਇਸ ਤਰ੍ਹਾਂ ਕਰਨ ਦੇ ਨਾਲ ਹੌਲੀ ਹੌਲੀ ਸਾਡਾ ਸੁਭਾਅ ਬਣੇਗਾ। ਉਹ ਇਸ ਤਰ੍ਹਾਂ ਵੀ ਕਹਿ ਰਹੇ ਸਨ ਕਿ ਕੁਝ ਦਿਨ ਤੁਹਾਡੇ ਬੜੇ ਔਖੇ ਨਿਕਲਣਗੇ, ਕਿਉਂਕਿ ਮਨ ਨੇ ਟਿਕਣਾ ਨਹੀਂ। ਮਨ ਦੇ ਵਿੱਚ ਹੋਰ ਵਿਚਾਰ ਚੱਲਣੇ ਨੇ। ਮਨ ਨੇ ਐਸਾ ਵੀ ਆਖਣਾ ਵੀ ਇਹ ਮੁਖਤ ਦਾ ਨਵਾਂ ਹੀ ਬਿਪਤਾ ਗਲ ਵਿੱਚ ਪਾ ਲਈਏ, ਸਵੇਰੇ ਸਵੇਰੇ ਉੱਠਣ ਦੀ, ਨਹਾਵੋ ਧੋਵੋ ਤੇ ਫਿਰ ਬਹਿ ਕੇ ਪ੍ਰਭੂ ਦੀ ਭਗਤੀ ਵਿੱਚ ਲੀਨ ਹੋਵੋ। ਇਹਦਾ ਕੀ ਤੁਕ ਬਣਦਾ ਹੈ? ਮਨ ਆਖੇਗਾ ਇਸ ਤਰ੍ਹਾਂ। ਇਹਦੇ ਤੋਂ ਬਿਨਾਂ ਜਿੰਨੇ ਲੋਕ ਸੰਸਾਰ ਵਿੱਚ ਵਸਦੇ ਨੇ, ਚੰਗਾ ਭਲਾ ਖਾਂਦੇ ਨੇ, ਪਹਿਨਦੇ ਨੇ, ਸੌਂਦੇ ਨੇ, ਜਾਗਦੇ ਨੇ, ਉਹਨਾਂ ਦੀ ਵੀ ਤੇ ਇੱਜ਼ਤ ਹੈ ਹੀ ਇਸ ਸੰਸਾਰ ਵਿੱਚ। ਤੇ ਮੈਂ ਇਸ ਨਵੇਂ ਕੰਮ ਵਿੱਚ ਕਿਉਂ ਪੈ ਜਾਵਾਂ? ਮਨ ਇਸ ਤਰ੍ਹਾਂ ਆਖੇਗਾ। ਤੇ ਉਹ ਕਹਿ ਰਹੇ ਸੀ ਕਿ ਇਹਦੀ ਫਿਕਰ ਨਹੀਂ ਕਰੋ, ਔਰ ਇਹਦੀ ਗੱਲ ਸੁਣ ਕੇ ਪ੍ਰਭੂ ਦੀ ਭਗਤੀ ਛੱਡ ਵੀ ਨਾ ਦੇਣਾ। ਲੱਗੇ ਰਹੋ। ਕੁਝ ਸਮੇਂ ਬਾਅਦ ਮਨ ਸਹਿ ਸੁਭਾਏ ਹੀ ਆਪਣੇ ਆਪ ਹੀ ਜਪਣ ਲੱਗ ਪਵੇਗਾ। ਫਿਰ ਇਸ ਤਰ੍ਹਾਂ ਸਾਨੂੰ ਉਚੇਚ ਕਰਨ ਦੀ ਵੀ ਜ਼ਰੂਰਤ ਨਹੀਂ ਰਹਿ ਜਾਏਗੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਕੰਮ ਧੰਦਾ ਕਰਦਿਆਂ ਕਰਦਿਆਂ, ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ, ਨਾਮਦੇਵ ਜੀ ਨੇ ਆਪਣੇ ਮਨ ਨੂੰ ਪਰਮੇਸ਼ਵਰ ਦੇ ਨਾਮ ਵਿੱਚ ਲੀਨ ਕਰ ਦਿੱਤਾ। ਜਿਵੇਂ ਹੀ ਮਨ ਲੀਨ ਹੋਇਆ, ਉਹ ਜਿਸ ਇਨਸਾਨ ਦੀ ਸਮਾਜ ਵਿੱਚ ਕੋਈ ਕਦਰ ਨਹੀਂ ਸੀ, ਉਸ ਇਨਸਾਨ ਦੀ ਬਹੁਤ ਵੱਡੀ ਕਦਰ ਸੰਸਾਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਬਣ ਗਈ। ਸੋ ਦੂਸਰੇ ਨੰਬਰ ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਭਗਤ ਕਬੀਰ ਜੀ ਦਾ।
ਉਹਨਾਂ ਦੇ ਬਾਰੇ ਆਖਦੇ ਨੇ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਬੁਨਨਾ ਤਨਨਾ ਇਹ ਉਹਨਾਂ ਦਾ ਕਿੱਤਾ ਸੀ, ਉਹਨਾਂ ਦਾ ਪਰਿਵਾਰਕ ਕਰਮ ਸੀ ਜਿਹੜਾ ਉਹ ਕਰਦੇ ਸਨ। ਜੁਲਾਏ ਸਨ ਤੇ ਤਾਣਾ ਪੇਟਾ ਬੁਣਨਾ, ਕੱਪੜੇ ਬੁਣਨੇ, ਇਹ ਉਹਨਾਂ ਦਾ ਕਰਮ ਸੀ। ਪਰ ਇੱਥੇ ਗੁਰੂ ਜੀ ਆਖਦੇ ਨੇ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਜੀ ਨੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਆਪਣੀ ਪ੍ਰੀਤ ਲਗਾਈ, ਪਰ ਉਹਨਾਂ ਨੇ ਬੁਣਨਾ ਤੇ ਤਨਨਾ ਤਿਆਗ ਦਿੱਤਾ। ਹੁਣ ਇਹ ਅਸੀਂ ਗੱਲ ਸਮਝਣੀ ਹੈ। ਪਿਛਲੇ ਬੰਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤ ਨਾਮਦੇਵ ਜੀ ਦੇ ਬਾਰੇ ਗੱਲ ਕਰਦੇ ਨੇ, ਤੇ ਭਗਤ ਨਾਮਦੇਵ ਜੀ ਇਹ ਗੱਲ ਕਹਿ ਰਹੇ ਨੇ ਕਿ ਬਈ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰੋ, ਕੰਮ ਛੱਡਣ ਦੀ ਜ਼ਰੂਰਤ ਨਹੀਂ। ਇੱਥੇ ਹੁਣ ਗੱਲ ਇਹ ਬੁਣਨਾ ਤਨਨਾ ਤਿਆਗ ਕੈ, ਕੀ ਭਗਤ ਕਬੀਰ ਜੀ ਨੇ ਸੱਚੀ ਮੁੱਚੀ ਕੰਮ ਤਿਆਗ ਦਿੱਤਾ, ਜੋ ਕਿ ਗੁਰਮਤਿ ਦਾ ਸਿਧਾਂਤ ਨਹੀਂ। ਅਸੀਂ ਨਾਮਦੇਵ ਜੀ ਕੋਲੋਂ ਹੁਣੇ ਹੀ ਸੁਣੀ ਇਹ ਗੱਲ ਕਿ ਹੱਥਾਂ ਪੈਰਾਂ ਨਾਲ ਕੰਮ ਧੰਦਾ ਕਰਦਿਆਂ ਹੀ ਪ੍ਰਭੂ ਦੀ ਭਗਤੀ ਕਰਨੀ ਹੈ। ਸੋ ਆਹ ਗੱਲ ਉਹਦੇ ਉਲਟ ਕਦੇ ਨਹੀਂ ਹੋ ਸਕਦੀ। ਇਹਦਾ ਮਤਲਬ ਇਹ ਲੈਣਾ ਚਾਹੀਦਾ ਹੈ ਕਿ ਕਬੀਰ ਜੀ ਨੇ ਜਿਵੇਂ ਆਪਣੀ ਸੁਰਤ ਸਾਡੇ ਕੰਮ 'ਚ ਲੱਗੀ ਰਹਿੰਦੀ ਹਰ ਵਕਤ, ਉਸ ਸੁਰਤ ਨੂੰ ਕੰਮ ਵਿੱਚੋਂ ਕੱਢ ਕੇ ਵਾਹਿਗੁਰੂ ਜੀ ਦੀ ਪ੍ਰੀਤ ਵਿੱਚ ਜੋੜਿਆ, ਪਰ ਹੱਥਾਂ ਪੈਰਾਂ ਨਾਲ ਆਪਣਾ ਉਹ ਕੰਮ ਕਰਦੇ ਹੀ ਰਹੇ। ਉਹਨਾਂ ਕੰਮ ਦਾ ਤਿਆਗ ਨਹੀਂ ਕੀਤਾ, ਸਿਰਫ ਕੰਮ ਵਿੱਚੋਂ ਸੁਰਤ ਨੂੰ ਬਾਹਰ ਕੱਢਿਆ, ਆਪਣੇ ਮਨ ਨੂੰ ਇੰਨਾ ਉੱਚਾ ਉਠਾਇਆ ਕਿ ਹੁਣ ਕੰਮ ਦਾ ਫਿਕਰ ਨਹੀਂ, ਮੈਂ ਕਰਦਾ ਰਹਾਂਗਾ, ਜੋ ਹੋਏਗਾ ਭਲਾ ਏ, ਜੋ ਨਹੀਂ ਹੋਏਗਾ ਉਹ ਵੀ ਚੰਗਾ ਏ। ਨਫਾ ਹੋਏਗਾ ਤਾਂ ਵੀ ਠੀਕ ਹੈ, ਨੁਕਸਾਨ ਹੋਏਗਾ ਤਾਂ ਵੀ ਠੀਕ ਹੈ, ਮੈਨੂੰ ਇਸ ਦੀ ਹੁਣ ਕੋਈ ਪਰਵਾਹ ਜਾਂ ਫਿਕਰ ਨਹੀਂ। ਹੁਣ ਮੈਂ ਇਸ ਕੰਮ ਧੰਦੇ ਨੂੰ ਕਰਦਾ ਹੋਇਆ ਆਪਣੇ ਮਨ ਨੂੰ ਵਾਹਿਗੁਰੂ ਜੀ ਦੇ ਨਾਲ ਜੋੜ ਕੇ ਰੱਖਾਂਗਾ। ਇਸ ਤਰ੍ਹਾਂ ਉਹਨਾਂ ਨੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਪ੍ਰੀਤ ਪਾਈ। ਹੁਣ ਪ੍ਰੀਤ ਦੀ ਗੱਲ ਭਗਤ ਕਬੀਰ ਸਾਹਿਬ ਆਪ ਕਰਦੇ ਨੇ ਆਪਣੀ ਬਾਣੀ ਵਿੱਚ। ਪ੍ਰੀਤ ਕਿੰਨੀ ਪੱਕੀ ਪਾ ਲਈਏ ਉਹਦੇ ਬਾਰੇ ਉਹ ਆਖਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਹੇ ਅਕਾਲ ਪੁਰਖ ਵਾਹਿਗੁਰੂ, ਹੇ ਪ੍ਰਮਾਤਮਾ, ਮੈਨੂੰ ਇਹ ਨਹੀਂ ਸੁਖਾਂਦਾ, ਇਹ ਨਹੀਂ ਪਾਉਂਦਾ ਕਿ ਤੇਰੇ ਨਾਲੋਂ ਮੇਰੀ ਵਿੱਥ ਬਣੀ ਰਵੇ। ਮੈਂ ਹਰ ਵਕਤ ਚਾਹੁੰਦਾ ਕਿ ਮੇਰੀ ਸੁਰਤ ਤੇਰੇ ਚਰਨਾਂ ਵਿੱਚ ਲੀਨ ਰਹੇ। ਮੈਂ ਹਰ ਵਕਤ ਚਾਹੁੰਦਾ ਕਿ ਮੇਰਾ ਮਨ ਤੇਰੇ ਨਾਮ ਦਾ ਸਿਮਰਨ ਜਾਂ ਜਪ ਕਰਦਾ ਰਹੇ। ਜੇ ਤੇਰੀ ਤੇ ਮੇਰੀ ਵਿੱਥ ਬਣ ਜਾਣੀ ਏ, ਇਹਦੇ ਨਾਲੋਂ ਤੇ ਇਹ ਚੰਗਾ ਏ ਕਿ ਮੈਨੂੰ ਆਰੇ ਨਾਲ ਚੀਰ ਕੇ ਮਾਰ ਦਿੱਤਾ ਜਾਏ। ਇਹਦੇ ਨਾਲੋਂ ਉਹ ਮੈਨੂੰ ਜ਼ਿਆਦਾ ਲਾਹੇਵੰਦਾ ਹੋਏਗਾ, ਪਰ ਤੈਨੂੰ ਵਿਸਾਰ ਕੇ ਜਿਉਣਾ ਮੈਨੂੰ ਚੰਗਾ ਨਹੀਂ ਲੱਗਦਾ। ਉਹ ਆਪ ਜੀ ਇਸ ਤਰ੍ਹਾਂ ਵੀ ਆਖਦੇ ਨੇ, ਜੋ ਤਨ ਚੀਰਹਿ ਅੰਗ ਨਾ ਮੋਰੋਂ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੋਂ। ਹੇ ਮੇਰੇ ਮਾਲਕ ਜੀ, ਜੇ ਮੇਰਾ ਸਰੀਰ ਚੀਰ ਦਿੱਤਾ ਜਾਏ ਆਰੇ ਦੇ ਨਾਲ, ਕਰਵਤ ਦੇ ਨਾਲ, ਤੇ ਮੈਂ ਆਪਣਾ ਅੰਗ ਨਹੀਂ ਮੋੜਾਂਗਾ। ਭਾਵ ਮੈਂ ਸੀ ਤੱਕ ਨਹੀਂ ਉਚਾਰਾਂਗਾ, ਪਰ ਤੇਰੀ ਯਾਦ ਨਾ ਮੈਨੂੰ ਵਿਸਰੇ, ਉਹ ਬਣੀ ਰਹੇ। ਪਿੰਡ ਪਰੈ, ਮੇਰੇ ਸਰੀਰ ਦਾ ਬੇਸ਼ੱਕ ਨਾਸ ਹੋ ਜਾਏ, ਪ੍ਰੀਤ ਨਾ ਤੋਰੋਂ, ਮੈਂ ਆਪਣੀ ਪ੍ਰੀਤ ਤੇਰੇ ਨਾਲ ਜਿਹੜੀ ਜੁੜੀ ਏ ਨਾ, ਉਸ ਨੂੰ ਕਦੇ ਨਹੀਂ ਤੋੜਾਂਗਾ। ਸੋ ਇੰਨੀ ਪੱਕੀ ਪ੍ਰੀਤ ਬਣ ਗਈ ਏ। ਉਹ ਕਹਿ ਰਹੇ ਨੇ ਕਿ ਮੇਰਾ ਤਨ ਚੀਰ ਦਿੱਤਾ ਜਾਏ, ਮੇਰੇ ਸਰੀਰ ਦਾ ਨਾਸ਼ ਹੋ ਜਾਏ, ਮੈਨੂੰ ਆਰਾ ਤਨ ਤੇ ਸਿਰ ਤੇ ਰੱਖ ਕੇ ਤਨ ਦੇ 2 ਫਾੜ ਕਰਵਾ ਲੈਣੇ ਮਨਜ਼ੂਰ ਨੇ, ਪਰ ਵਾਹਿਗੁਰੂ ਜੀ ਦੀ ਕਰਵਟ ਮਨਜ਼ੂਰ ਨਹੀਂ। ਭਾਵ ਉਹਦੇ ਤੋਂ ਪਾਸੇ ਹੋਣਾ, ਉਹਦੇ ਤੋਂ ਦੂਰੀ ਬਣ ਜਾਣੀ, ਉਹ ਮੈਨੂੰ ਚੰਗੀ ਨਹੀਂ ਲੱਗਦੀ। ਇਹੋ ਜਿਹੀ ਪ੍ਰੀਤ ਏ ਭਗਤ ਕਬੀਰ ਜੀ ਦੀ ਆਪਣੇ ਪ੍ਰਭੂ ਦੇ ਨਾਲ, ਆਪਣੇ ਪਰਮਾਤਮਾ ਦੇ ਨਾਲ। ਉਸ ਦਾ ਜ਼ਿਕਰ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਨੇ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ,
ਇਹੋ ਜਿਹੀ ਪ੍ਰੀਤ ਪਾ ਲਈਏ ਕਿ ਉਹ ਪ੍ਰੀਤ ਨਾ ਟੁੱਟ ਜਾਏ। ਇਸ ਤਰ੍ਹਾਂ ਦਾ ਜਦੋਂ ਪਿਆਰ ਵਧਾ ਕੇ ਉਹਨੇ ਪ੍ਰਭੂ ਦੀ ਭਗਤੀ ਕੀਤੀ, ਨੀਚ ਕੁੱਲਾ ਜੋਲਾ ਹਰਾ, ਜਿਸ ਨੂੰ ਸਮਾਜ ਨੀਵੀਂ ਕੁੱਲ ਦਾ ਜੁਲਾਇਆ ਆਖਦਾ ਸੀ, ਜਿਸ ਨੂੰ ਅਖੌਤੀ ਸ਼ੂਦਰ ਆਖਿਆ ਜਾਂਦਾ ਸੀ, ਭਇਓ ਗੁਣੀ ਗਹੀਰਾ, ਗੁਣਾਂ ਦਾ ਸਾਗਰ ਬਣ ਗਿਆ, ਗੁਣਾਂ ਦਾ ਸਮੁੰਦਰ ਬਣ ਗਿਆ, ਡੂੰਘੇ ਗੁਣਾਂ ਵਾਲਾ ਬਣ ਗਿਆ। ਭਾਵ ਆਪਣੇ ਅੰਤਸ਼ਕਰਨ ਵਿੱਚ ਉਹ ਪਹੁੰਚ ਗਿਆ ਤੇ ਉਹਦੇ ਵਿੱਚ ਉਹਨੇ ਪ੍ਰਭੂ ਦਾ ਦੀਦਾਰ ਕੀਤਾ। ਪ੍ਰਭੂ ਦੀ ਪ੍ਰੀਤ ਉਸਨੇ ਆਪਣੇ ਅੰਤਸ਼ਕਰਨ ਵਿੱਚ ਪੱਕੇ ਤੌਰ ਤੇ ਵਸਾ ਲਈ। ਇਹ ਭਗਤ ਕਬੀਰ ਜੀ ਦੇ ਬਾਰੇ ਧੰਨਾ ਜੀ ਨੇ ਸੁਣਿਆ, ਇਹ ਬਿਧ ਸੁਣ ਕੇ ਜਾਟਰੋ। ਨਾਮਦੇਵ ਜੀ ਦੇ ਬਾਰੇ ਸੁਣਿਆ ਸੀ ਕਿ ਨਾਮਦੇਵ ਦਾ ਮਨ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਗਿਆ। ਜਿਸ ਬੰਦੇ ਦੀ ਸਮਾਜ ਵਿੱਚ ਕੋਈ ਕੀਮਤ, ਕੋਈ ਕਦਰ ਨਹੀਂ ਸੀ, ਉਹ ਮਨੁੱਖ ਲੱਖਾਂ ਦਾ ਬਣ ਗਿਆ, ਭਾਵ ਕੀਮਤ ਵਾਲਾ ਬਣ ਗਿਆ। ਇਹ ਬਿਧ ਸੁਣ ਕੇ ਜਾਟਰੋ, ਹੈ ਨਾ। ਇਹ ਹਰ ਵਕਤ ਅਸੀਂ ਚਾਰਾਂ ਭਗਤਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਇਹ ਗੱਲ ਚੇਤੇ ਰੱਖਣੀ ਹੈ, ਇਹ ਬਿਧ ਸੁਣ ਕੇ ਜਾਟਰੋ। ਨਾ ਕਿ ਉਹ ਪੱਥਰ ਦਾ ਵੱਟਾ ਲੈ ਕੇ ਉਹਦੀ ਪੂਜਾ ਕਰਕੇ ਉਹਨੂੰ ਰੱਬ ਮਿਲਿਆ, ਸਗੋਂ ਇਹ ਬਿਧ ਸੁਣ ਕੇ, ਆਹ ਤਰੀਕਾ, ਆਹ ਬਚਨ ਸੁਣ ਕੇ ਕਿ ਨਾਮਦੇਵ ਦਾ ਮਨ ਕਿਵੇਂ ਲੀਨ ਹੋ ਗਿਆ, ਕਬੀਰ ਜੀ ਨੇ ਕਿਵੇਂ ਵਾਹਿਗੁਰੂ ਜੀ ਦੇ ਚਰਨਾਂ ਨਾਲ ਆਪਣੀ ਪ੍ਰੀਤ ਬਣਾ ਲਈ। ਤੇ ਅੱਗੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਜ਼ਿਕਰ ਕਰਦੇ ਨੇ ਭਗਤ ਰਵਿਦਾਸ ਜੀ ਦਾ। ਆਪ ਜੀ ਫਰਮਾਉਂਦੇ ਨੇ, ਰਵਿਦਾਸ ਢੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਹੁਣ ਇੱਥੋਂ ਵੀ ਅਸੀਂ ਸਮਝ ਸਕਦੇ ਹਾਂ ਕਿ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਇੱਥੇ ਸਤਿਗੁਰੂ ਲਿਖਦੇ ਨੇ ਰਵਿਦਾਸ ਢੁਵੰਤਾ ਢੋਰ ਨੀਤ, ਇਹ ਉਹਦਾ ਪਰਿਵਾਰਕ ਕਿੱਤਾ ਹੈ। ਕਿੱਤਾ ਕੀ ਹੈ ਕਿ ਜਦੋਂ ਕਿਤੇ ਨਗਰ ਵਿੱਚ, ਪਿੰਡ ਵਿੱਚ ਕੋਈ ਪਸ਼ੂ ਰੱਬ ਨੂੰ ਪਿਆਰਾ ਹੋ ਜਾਏ, ਸਰੀਰ ਤਿਆਗ ਜਾਏ, ਭਾਵ ਮਰੇ ਹੋਏ ਪਸ਼ੂ ਨੂੰ ਖਿੱਚ ਕੇ ਬਾਹਰ ਲਿਜਾਣਾ ਤੇ ਬਾਹਰ ਕਿਤੇ ਦੂਰ ਜੰਗਲ ਵਿੱਚ ਉਹਨੂੰ ਛੱਡ ਆਉਣਾ, ਇਹ ਉਹਨਾਂ ਦਾ ਕਿੱਤਾ ਸੀ। ਰਵਿਦਾਸ ਢੁਵੰਤਾ ਢੋਰ ਮੈਨੇ ਪਸ਼ੂ, ਮਰੇ ਹੋਏ ਪਸ਼ੂ, ਢੁਵੰਤਾ ਮੈਨੇ ਢੋਂਦਾ ਖਿੱਚ ਕੇ ਬਾਹਰ ਲਿਜਾਂਦਾ ਸੀ। ਰਵਿਦਾਸ ਢੁਵੰਤਾ ਢੋਰ ਨੀਤ, ਨਿਤਾ ਪ੍ਰਤੀ ਇਹ ਕੰਮ ਆਪਣਾ ਉਹ ਕਰਦਾ, ਉਹਨੇ ਆਪਣਾ ਕੰਮ ਨਹੀਂ ਛੱਡਿਆ। ਪਰ ਛੱਡਿਆ ਕੀ ਹੈ? ਤਿੰਨ ਤਿਆਗੀ ਮਾਇਆ। ਉਸਨੇ ਮਾਇਆ ਦਾ ਤਿਆਗ ਕੀਤਾ ਹੈ, ਉਹਨੇ ਕੰਮ ਦਾ ਫਿਕਰ ਤਿਆਗ ਦਿੱਤਾ ਹੈ, ਕੰਮ ਨਾਲੋਂ ਮੋਹ ਤੋੜ ਲਿਆ, ਪਰ ਕੰਮ ਕਰ ਰਿਹਾ ਹੈ। ਢੁਵੰਤਾ ਢੋਰ ਨੀਤ, ਨਿਤਾ ਪ੍ਰਤੀ ਆਪਣਾ ਕੰਮ ਕਰ ਰਿਹਾ, ਕੰਮ ਉਹਨੇ ਨਹੀਂ ਛੱਡਿਆ। ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਤਨਨਾ ਬੁਨਨਾ ਨਹੀਂ ਛੱਡਿਆ, ਸਗੋਂ ਤਿਆਗੀ ਮਾਇਆ, ਮੋਹ ਤਿਆਗ ਦਿੱਤਾ। ਇਸ ਪਰਿਵਾਰ ਦਾ, ਇਸ ਕੰਮ ਧੰਦੇ ਦਾ, ਇਸ ਮਾਇਆ ਦਾ ਮੋਹ ਤਿਆਗ ਦਿੱਤਾ। ਤੇ ਜਦੋਂ ਮੋਹ ਤਿਆਗ ਕੇ ਵਾਹਿਗੁਰੂ ਜੀ ਦੇ ਵਿੱਚ ਮਨ ਜੋੜਿਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਉਹ ਸਾਧੂ ਸੰਗਤ ਵਿੱਚ ਆ ਕੇ ਪ੍ਰਗਟ ਹੋ ਗਿਆ, ਜ਼ਾਹਰ ਹੋ ਗਿਆ ਕਿ ਇਹ ਜਿਹੜਾ ਭਗਤ ਰਵਿਦਾਸ ਏ, ਚੌਂ ਚੱਕਾਂ ਵਿੱਚ ਚਮਰੇਟਾ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਵਿੱਚ ਚਮਰੇਟਾ। ਇਹ ਚਮਾਰ ਜੁੱਤੀਆਂ ਗੰਢਣ ਵਾਲਾ ਪ੍ਰਭੂ ਦੀ ਭਗਤੀ ਕਰਕੇ ਚੌਂ ਚੱਕਾਂ ਵਿੱਚ ਮਸ਼ਹੂਰ ਹੋ ਗਿਆ। ਤੇ ਉਹ ਲੋਕ ਜਿਹੜੇ ਇਸ ਨੂੰ ਸ਼ੂਦਰ ਆਖ ਕੇ ਇਸ ਤੋਂ ਦੂਰ ਭੱਜਦੇ ਸਨ, ਉਹ ਉਸ ਦੇ ਚਰਨੀ ਆ ਕੇ ਲੱਗੇ, ਭਾਵ ਉਹਨੂੰ ਇੱਜ਼ਤ ਮਾਣ ਦੇਣ ਲੱਗ ਪਏ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਰਵਿਦਾਸ ਨੇ ਵੀ ਵਾਹਿਗੁਰੂ ਜੀ ਦਾ ਦਰਸ਼ਨ ਕਰ ਲਿਆ। ਇਹ ਗੱਲ ਭਗਤ ਧੰਨਾ ਜੀ ਨੇ ਸੁਣ ਲਈਏ, ਕਿਸੇ ਤੋਂ ਸੁਣੀਏ ਕਿ ਰਵਿਦਾਸ ਚਮਾਰ ਜਾਤੀ ਨਾਲ ਸੰਬੰਧਤ ਹੈ। ਉਹ ਪਸ਼ੂ ਢੋਂਦਾ ਹੈ, ਮੁਰਦੇ ਢੋਂਦਾ ਹੈ, ਪਰ ਇਹ ਕੰਮ ਕਰਦਾ ਕਰਦਾ ਉਹ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦਾ ਹੈ। ਉਸ ਨੂੰ ਵੀ ਰੱਬ ਦੇ ਦਰਸ਼ਨ ਹੋ ਗਏ ਨੇ। ਹੁਣ ਧੰਨਾ ਜਾਟੇ ਸੋਚਦਾ ਹੈ ਕਿ ਜੇ ਰਵਿਦਾਸ ਨੂੰ ਵੀ ਦਰਸ਼ਨ ਹੋ ਗਏ, ਕਬੀਰ ਦਾ ਮਨ ਵੀ ਵਾਹਿਗੁਰੂ ਜੀ ਵਿੱਚ ਲੀਨ ਹੋ ਗਿਆ, ਨਾਮਦੇਵ ਦਾ ਮਨ ਵੀ ਲੀਨ ਹੋ ਗਿਆ, ਤੇ ਮੇਰਾ ਕਿਉਂ ਨਹੀਂ ਹੋ ਸਕਦਾ? ਸੋ ਇਹ ਗੱਲ ਅਸੀਂ ਧਿਆਨ 'ਚ ਰੱਖਣੀ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ।
ਇੱਕ ਨਿਮਖ ਤੋਂ ਭਾਵੇਂ ਹਰ ਨਿਮਖ, ਪਲ ਪਲ, ਛਿਨ ਛਿਨ ਉਹ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਦਾ। ਤੋ ਕੀਰਤੀ ਦਾ ਮਤਲਬ ਹੈ ਸਿਫਤ ਸਲਾਹ ਕਰਦਾ, ਵਾਹਿਗੁਰੂ ਜੀ ਦਾ ਜਸ ਕਰਦਾ, ਵਾਹਿਗੁਰੂ ਜੀ ਦੀ ਵਡਿਆਈ ਕਰਦਾ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਵਾਹਿਗੁਰੂ ਜੀ ਦੀ ਕੀਰਤੀ, ਵਾਹਿਗੁਰੂ ਜੀ ਦੀ ਉਸਤਤ ਉਹ ਨਿਮਖ ਨਿਮਖ ਕਰਨ ਲੱਗ ਪਿਆ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪੱਗ ਆਏ। ਉਹ ਜਿਸ ਨੂੰ ਲੋਕੀ ਆਖਦੇ ਸੀ ਇਹਦੀ ਜਾਤ ਪਤਿਤ ਏ, ਪਵਿੱਤਰ ਦੇ ਉਲਟ ਹੁੰਦਾ ਹੈ ਪਤਿਤ, ਉਹ ਉੱਤਮ ਭਇਆ, ਉਹ ਚੰਗਾ ਇਨਸਾਨ ਬਣ ਗਿਆ। ਤੇ ਜਦੋਂ ਰਵਿਦਾਸ ਜੀ ਇਸ ਮੁਰਾਤਬੇ ਤੇ ਪਹੁੰਚੇ, ਚਾਰ ਵਰਨ ਪਏ ਪੱਗ ਆਏ, ਭਾਵ ਚਾਰਾਂ ਵਰਨਾਂ ਦੇ ਲੋਕ ਭਗਤ ਰਵਿਦਾਸ ਜੀ ਦੇ ਚਰਨੀ ਆ ਪਏ। ਉਹ ਤੁਹਾਨੂੰ ਇਹ ਤੇ ਪਤਾ ਹੀ ਹੋਣਾ ਹੈ ਉਹਨਾਂ ਭਗਤ ਰਵਿਦਾਸ ਜੀ ਦੇ ਬਾਰੇ ਕਿ ਉਹਨਾਂ ਦੇ ਸਮੇਂ ਵੱਡੇ ਵੱਡੇ ਰਾਜੇ ਵੀ ਉਹਨਾਂ ਦੇ ਸੇਵਕ ਸਿੱਖ ਬਣ ਗਏ ਸਨ। ਜਦੋਂ ਕਿ ਬ੍ਰਾਹਮਣ ਉਸ ਵਕਤ ਦਾ ਸਭ ਤੋਂ ਉੱਚੀ ਜਾਤੀ ਨਾਲ ਸੰਬੰਧਿਤ ਇਨਸਾਨ ਹੈ, ਰਾਜੇ ਮਹਾਰਾਜੇ ਬ੍ਰਾਹਮਣ ਦੇ ਚਰਨੀ ਪੈਣ ਦੀ ਬਜਾਏ ਰਵਿਦਾਸ ਭਗਤ ਦੀ ਚਰਨੀ ਆ ਕੇ ਪੈਂਦੇ ਨੇ। ਸੋ ਇਹ ਸਾਰੀ ਜਿਹੜੀ ਗੱਲ ਹੈ ਭਗਤ ਧੰਨਾ ਜੀ ਨੇ ਸੁਣੀ ਹੈ ਕਿ ਕਿਸ ਤਰ੍ਹਾਂ ਚਤੌੜ ਦੀ ਮਹਾਰਾਣੀ ਰਵਿਦਾਸ ਜੀ ਦੇ ਚਰਨਾਂ ਵਿੱਚ ਆਈ, ਕਿਵੇਂ ਆਪਣੇ ਘਰੇ ਬੁਲਾਇਆ, ਕਿੰਨਾ ਇੱਜ਼ਤ ਤੇ ਮਾਣ ਉਸ ਨੂੰ ਮਿਲਿਆ, ਸੰਸਾਰ ਵਿੱਚ ਉਹਦਾ ਨਾਮ ਪ੍ਰਗਟ ਹੋ ਗਿਆ। ਤੇ ਇਸ ਤਰ੍ਹਾਂ ਮਨ ਵਿੱਚ ਆ ਹੀ ਜਾਂਦੀ ਹੈ ਪਹਿਲਾਂ ਪਹਿਲਾਂ ਜਦੋਂ ਅਜੇ ਰੱਬ ਦੇ ਨਾਲ ਸਾਡੀ ਸੁਰਤ ਨਹੀਂ ਨਾ ਜੁੜੀ ਹੁੰਦੀ, ਉਦੋਂ ਮਨ ਵਿੱਚ ਆ ਹੀ ਜਾਂਦੀ ਮੈਂ ਤੇ ਜੱਟ ਹਾਂ। ਫਿਰ ਰਵਿਦਾਸ ਚਮਾਰ ਸੀ, ਕਬੀਰ ਜਲਾਇਆ ਸੀ, ਨਾਮਾ ਸ਼ੀਂਬਾ ਸੀ, ਉਹ ਨੀਵੀਆਂ ਜਾਤੀਆਂ ਵਾਲੇ ਰੱਬ ਨਾਲ ਜੁੜ ਗਏ। ਮੈਂ ਤੇ ਜੱਟ ਹਾਂ, ਮੈਂ ਕਿਉਂ ਨਹੀਂ ਜੁੜ ਸਕਦਾ, ਮੇਰੀ ਤੇ ਜਾਤੀ ਉੱਚੀ ਹੈ। ਭਾਵੇਂ ਅੱਗੇ ਜਾ ਕੇ ਜਦੋਂ ਭਗਤ ਧੰਨਾ ਜੀ ਪ੍ਰਭੂ ਭਗਤੀ ਵਿੱਚ ਲੀਨ ਹੋਣਗੇ ਤੇ ਫਿਰ ਇਹ ਜਾਤੀਵਾਦ ਖਤਮ ਹੋ ਜਾਏਗਾ। ਅਸੀਂ ਵੀ ਇਹ ਗੱਲ ਧਿਆਨ 'ਚ ਰੱਖੀਏ, ਸਾਡੇ ਮਨਾਂ ਵਿੱਚ ਜਿਹੜਾ ਜਾਤੀਵਾਦ ਹੈ ਨਾ ਹੁਣ ਇਸ ਵਕਤ ਬਣਿਆ ਹੋਇਆ ਔਰ ਪੱਕਾ ਹੋਇਆ ਹੈ। ਜੇ ਕੋਈ ਵੀ ਮਨੁੱਖ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਜਾਏ, ਉਹਦੇ ਮਨ ਵਿੱਚੋਂ ਇਹ ਭਰਮ ਭੇਦ ਆਪਣੇ ਆਪ ਖਤਮ ਹੋ ਜਾਣਗੇ, ਆਖਣ ਦੀ ਜ਼ਰੂਰਤ ਨਹੀਂ ਪਏਗੀ। ਕਿਉਂਕਿ ਹੁਣ ਉਹ ਉਸ ਜੋਤ ਨਾਲ ਉਹਦੀ ਸੁਰਤ ਜੁੜੀ ਏ, ਜਿਹੜੀ ਜੋਤ ਉਹਦੇ ਆਪਣੇ ਅੰਦਰ ਤੇ ਜਿਹੜੀ ਜੋਤ ਦੂਜਿਆਂ ਦੇ ਅੰਦਰ ਵੀ ਉਹੋ ਹੀ ਉਸ ਨੂੰ ਨਜ਼ਰ ਆ ਰਹੀ ਹੈ। ਇਸ ਨੂੰ ਅਸੀਂ ਇੱਕ ਉਦਾਹਰਨ ਨਾਲ ਸਮਝ ਸਕਦੇ ਹਾਂ। ਆਕਾਸ਼ ਵਿੱਚ ਚੰਦਰਮਾ ਚਮਕਦਾ ਹੈ, ਆਕਾਸ਼ ਵਿੱਚ ਸੂਰਜ ਚਮਕਦਾ ਹੈ, ਥੱਲੇ ਹਜ਼ਾਰਾਂ ਘੜੇ ਪਾਣੀ ਨਾਲ ਭਰ ਕੇ ਰੱਖੇ ਹੋਣ ਤੇ ਉਹਨਾਂ ਸਾਰਿਆਂ ਵਿੱਚੋਂ ਵੱਖਰਾ ਵੱਖਰਾ ਚੰਦਰਮਾ ਜਾਂ ਸੂਰਜ ਨਜ਼ਰ ਆਏਗਾ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਹਜ਼ਾਰਾਂ ਚੰਦਰਮਾ ਤੇ ਸੂਰਜ ਬਣ ਗਏ ਨੇ। ਚੰਦਰਮਾ ਤੇ ਸੂਰਜ ਇੱਕੋ ਹੀ ਰਹੇਗਾ, ਪਰ ਵੱਖ-ਵੱਖ ਘੜਿਆਂ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਉਹਨਾਂ ਵਿੱਚੋਂ ਵੱਖ-ਵੱਖ ਸੂਰਜ ਤੇ ਚੰਦਰਮਾ ਦਾ ਅਕਸ਼ ਦਿਖਾਈ ਦੇਵੇਗਾ। ਬਿਲਕੁਲ ਇਸੇ ਤਰ੍ਹਾਂ ਚਾਹੇ ਥੱਲੇ ਅਸੀਂ ਲੱਖਾਂ ਕਰੋੜਾਂ ਇਹ ਘੜਿਆਂ ਰੂਪ ਭਾਂਡੇ ਸਰੀਰ ਹੋਣ ਸਾਡੇ, ਸਾਰਿਆਂ ਵਿੱਚ ਉੱਤੋਂ ਜਿਹੜਾ ਅਕਸ਼ ਹੈ ਨਾ ਪਰਮਾਤਮਾ ਦਾ ਸਭਨਾਂ ਵਿੱਚੋਂ ਇੱਕ ਹੀ ਨਜ਼ਰ ਆਏਗਾ। ਉਸ ਮਨੁੱਖ ਨੂੰ ਜਿਹੜਾ ਇਸ ਕਹਾਣੀ ਨੂੰ ਸਮਝ ਲਏਗਾ ਕਿ ਪਰਮਾਤਮਾ ਪੂਰੇ ਬ੍ਰਹਿਮੰਡ ਵਿੱਚ ਰੋਮ ਰੋਮ ਵਿੱਚ ਜਰਰੇ ਜਰਰੇ ਵਿੱਚ ਵਿਆਪਕ ਹੈ ਤੇ ਉਹ ਇੱਕ ਹੀ ਹੈ, ਉਹ ਜ਼ਿਆਦੇ ਨਹੀਂ ਹਨ। ਉਸ ਇੱਕ ਦਾ ਹੀ ਪ੍ਰਕਾਸ਼ ਸਾਡੇ ਸਭਨਾਂ ਦੇ ਮਨਾਂ ਵਿੱਚ ਹਿਰਦਿਆਂ ਵਿੱਚ ਹੋ ਰਿਹਾ ਹੈ। ਉਸ ਇੱਕ ਪ੍ਰਭੂ ਦੀ ਜੋਤ ਸਦਕਾ ਹੀ ਅਸੀਂ ਸਾਰੇ ਵੇਖਣ ਦੇ ਯੋਗ ਬਣਦੇ ਹਾਂ। ਉਸ ਇੱਕ ਪ੍ਰਭੂ ਦੀ ਜੋਤ ਸਦਕਾ ਹੀ ਸਾਰੇ ਅਸੀਂ ਸੁਣਨ ਕਰਨ ਤੇ ਤੁਰਨ ਫਿਰਨ ਦੇ ਯੋਗ ਬਣਦੇ ਹਾਂ। ਸੋ ਇਸ ਅਵਸਥਾ ਵਿੱਚ ਜਾ ਕੇ ਫਿਰ ਜਾਤੀਵਾਦ ਖਤਮ ਹੋ ਜਾਂਦਾ ਹੈ। ਸੋ ਉਸ ਨੇ ਭਾਵ ਧੰਨਾ ਜੀ ਨੇ ਇਹ ਬਚਨ ਸੁਣ ਲਏ ਕਿ ਰਵਿਦਾਸ ਮਰੇ ਹੋਏ ਪਸ਼ੂਆਂ ਨੂੰ ਨਿਤਾ ਪ੍ਰਤੀ ਢੋਣ ਵਾਲਾ, ਜਿਸ ਨੇ ਮੋਹ ਮਮਤਾ ਦਾ ਤਿਆਗ ਕਰ ਦਿੱਤਾ, ਉਹ ਸਾਧੂਆਂ ਦੀ ਸੰਗਤ ਵਿੱਚ ਆ ਕੇ ਨਾਮ ਜਪ ਕੇ ਪ੍ਰਗਟ ਹੋ ਗਿਆ। ਉਸ ਨੂੰ ਵਾਹਿਗੁਰੂ ਜੀ ਦਾ ਦਰਸ਼ਨ ਹੋਇਆ। ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ।
ਅੱਗੇ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਰਦੇ ਨੇ ਸੈਨ ਨਾਈ ਦੇ ਸੰਬੰਧ ਵਿੱਚ। ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਬੁੱਤਕਾਰੀਆ ਦਾ ਮਤਲਬ ਹੈ ਬੁੱਤੀਆਂ ਕੱਢਣ ਵਾਲਾ। ਉਸ ਵਕਤ ਪੁਰਾਣੇ ਸਮੇਂ 'ਚ ਜਿਹੜੀ ਇਹ ਨਾਈ ਜਾਤੀ ਸੀ ਉਹ ਬੁੱਤੀਆਂ ਕੱਢਣ ਦਾ ਕੰਮ ਕਰਦੇ ਸਨ। ਬੁੱਤੀਆਂ ਕੱਢਣ ਤੋਂ ਭਾਵ ਹੈ ਕਿਸੇ ਦਾ ਸੁਨੇਹਾ, ਕਿਸੇ ਦੀ ਚਿੱਠੀ, ਕਿਸੇ ਦੀ ਕੋਈ ਚੀਜ਼ ਇੱਕ ਥਾਂ ਤੋਂ ਦੂਜੀ ਥਾਂ 'ਤੇ ਕਿਸੇ ਦੂਜੇ ਕੋਲ ਪਹੁੰਚਾਉਣੀ, ਇਸ ਨੂੰ ਬੁੱਤੀ ਕੱਢਣਾ ਪੁਰਾਣੇ ਸਮੇਂ 'ਚ ਆਖਦੇ ਸਨ। ਸੋ ਸੈਨ ਨਾਈ ਬੁੱਤਕਾਰੀਆ ਉਹ ਲੋਕਾਂ ਦੇ ਸੁਨੇਹੇ ਦੂਜਿਆਂ ਤੱਕ ਪਹੁੰਚਾਉਣ ਵਾਲਾ, ਭਾਵ ਜਿੱਥੇ ਪੁਰਾਣੇ ਸਮੇਂ 'ਚ ਇਹ ਵੀ ਆਂਦੇ ਹੁੰਦੇ ਸਨ ਗੰਢ ਭੇਜੀਏ, ਸੋ ਉਹ ਵੀ ਬੁੱਤੀ ਕੱਢਣਾ ਹੀ ਹੁੰਦਾ ਸੀ। ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਬੁੱਤੀਆਂ ਕੱਢਣ ਵਾਲਾ, ਲੋਕਾਂ ਦੇ ਸੁਨੇਹੇ ਉਹਨਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚਾਉਣ ਵਾਲਾ, ਉਹ ਵੀ ਘਰ ਘਰ ਵਿੱਚ ਸੁਣਿਆ ਗਿਆ। ਔਰ ਇਹਨਾਂ ਦੇ ਸੰਬੰਧ ਵਿੱਚ ਤੇ ਇੱਕ ਸਾਖੀ ਲਿਖੀ ਹੈ ਸਾਖੀਕਾਰਾਂ ਨੇ। ਉਹ ਆਖਦੇ ਨੇ ਕਿ ਇਹ ਇੱਕ ਰਾਜੇ ਦੀ ਸੇਵਾ ਕਰਨ ਜਾਇਆ ਕਰਦਾ ਸੀ। ਇੱਕ ਦਿਨ ਰਾਤ ਨੂੰ ਆਏ, ਉਹਦੇ ਘਰ ਪ੍ਰਾਹੁਣੇ ਆ ਗਏ ਤੇ ਸਾਰੀ ਰਾਤ ਕੀਰਤਨ ਹੋਆ। ਰੈਣ ਸਬਾਹੀ ਉੱਥੋਂ ਹੀ ਆ, ਰੈਣ ਸਬਾਈ ਵਾਲਿਆਂ ਨੇ ਸ਼ਬਦ ਲਿਆ ਹੋਇਆ ਹੈ। ਇਸ ਕੀਰਤਨ ਦੀ ਉੱਥੇ ਕੋਈ ਕਹਾਣੀ ਨਹੀਂ। ਉੱਥੇ ਸਿਫਤ ਸਲਾਹ ਪ੍ਰਭੂ ਦੀ ਭਗਤੀ ਵਿੱਚ ਬੈਠ ਕੇ ਉਹ ਐਸੇ ਜੁੜੇ ਕਿ ਉਹਨੂੰ ਯਾਦ ਹੀ ਨਾ ਰਿਹਾ ਕਿ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਰਾਜੇ ਦੀ ਜਾ ਕੇ ਸੇਵਾ ਕਰਨੀ ਹੈ। ਉਹ ਪ੍ਰਭੂ ਦੀ ਭਗਤੀ ਵਿੱਚ, ਸਾਧੂਆਂ ਦੀ ਸੰਗਤ ਵਿੱਚ ਬੈਠਾ ਇੰਨਾ ਰੱਬ ਦੀ ਬੰਦਗੀ ਵਿੱਚ ਲੀਨ ਹੋਇਆ ਕਿ ਚੇਤਾ ਹੀ ਭੁੱਲ ਗਿਆ, ਵਿਸਰ ਹੀ ਗਿਆ। ਦੂਜੇ ਪਾਸੇ ਉਹ ਸਾਖੀਕਾਰ ਨੇ ਲਿਖਿਆ ਕਿ ਰਾਜੇ ਦੀ ਸੇਵਾ ਕਰਨ ਲਈ ਸੈਨ ਦਾ ਰੂਪ ਧਾਰ ਕੇ ਪ੍ਰਭੂ ਜੀ ਆਪ ਆ ਗਏ, ਰਾਜੇ ਦੀ ਸੇਵਾ ਕੀਤੀ। ਤੇ ਅਗਲੇ ਦਿਨ ਜਦੋਂ ਦਿਨ ਚੜ੍ਹਿਆ, ਰਵਿਦਾਸ ਆਪਣੇ ਸੈਨ ਜੀ ਬੜੇ ਸ਼ਰਮਸਾਰ ਹੋ ਕੇ ਰਾਜੇ ਦੇ ਦਰਬਾਰ ਵਿੱਚ ਪਹੁੰਚੇ, ਕਿਉਂਕਿ ਅੱਜ ਉਹ ਰਾਜੇ ਦੀ ਸੇਵਾ ਕਰਨ ਸਹੀ ਵਕਤ ਤੇ ਪਹੁੰਚ ਨਹੀਂ ਸਨ ਪਾਏ। ਰਾਜਾ ਅੱਗੋਂ ਉੱਠ ਕੇ ਬੜਾ ਪਿਆਰ ਦੇ ਨਾਲ ਮਿਲਿਆ ਸੈਨ ਜੀ ਨੂੰ ਤੇ ਆਖਣ ਲੱਗਾ, ਸੈਨ ਤੂੰ ਤੇ ਮੈਨੂੰ ਅੱਜ ਵੱਸ ਵਿੱਚ ਕਰ ਲਿਆ, ਇੰਨੀ ਪਿਆਰ ਨਾਲ ਅੱਜ ਤੂੰ ਮੇਰੀ ਸੇਵਾ ਕੀਤੀ ਏ, ਮੈਂ ਤੇ ਤੇਰੇ ਅਧੀਨ ਹੋ ਗਿਆ, ਭਾਵ ਤੇਰਾ ਸਤਿਕਾਰ ਮੇਰੇ ਸਿਰ ਮੱਥੇ ਤੇ ਬਣ ਗਿਆ। ਜਦੋਂ ਇਹ ਗੱਲ ਸੈਨ ਜੀ ਨੇ ਸੁਣੀ, ਉਹ ਬੜਾ ਹੈਰਾਨ ਹੋਇਆ ਕਿ ਮੈਂ ਤੇ ਘਰ ਸਾਧੂਆਂ ਦੇ ਨਾਲ ਬੈਠਾ ਰੱਬ ਦੀ ਯਾਦ ਵਿੱਚ ਜੁੜਿਆ ਰਿਹਾ ਸਾਂ, ਜਿਹੜਾ ਇਹਦੀ ਸੇਵਾ ਕਰ ਗਿਆ, ਜਿਹਦੀ ਯਾਦ ਵਿੱਚ ਮੈਂ ਜੁੜਿਆ ਸਾਂ, ਉਹ ਹੀ ਹੋ ਸਕਦਾ, ਹੋਰ ਕਿੰਨੇ ਆਉਣਾ ਸੀ। ਸੋ ਇਹਦੇ ਨਾਲ ਇਹ ਕਹਾਣੀ ਵੀ ਲੋਕਾਂ ਨੇ ਜਾਂ ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ, ਸਾਖੀਕਾਰਾਂ ਨੇ ਲਿਖੀ ਹੋਈ ਹੈ। ਤੇ ਇਸ ਸਾਖੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੋਇਆ। ਉਹ ਹੁਣ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਉਹਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਟਿਕ ਗਿਆ। ਅਸੀਂ ਸਾਰੇ ਨਾਮ ਤੇ ਆਪਾਂ ਜਪਦੇ ਹੀ ਹਾਂ, ਚਲੋ ਕੋਈ ਥੋੜਾ ਟਾਈਮ ਲਾਉਂਦਾ ਹੋਏਗਾ, ਕੋਈ ਜ਼ਿਆਦਾ ਜਪਦਾ ਹੋਏਗਾ, ਤਕਰੀਬਨ ਸਾਰੇ ਲੋਕ ਆਪਾਂ ਨਾਮ ਤੇ ਜਪਦੇ ਹੀ ਹਾਂ, ਪਰ ਅਸੀਂ ਕਿਤੇ ਉੱਤੇ ਹੀ ਰਹਿ ਜਾਂਦੇ ਹਾਂ। ਰਸਨਾ ਤੋਂ ਵਾਹਿਗੁਰੂ ਆਖ ਰਹੇ ਹਾਂ, ਰਸਨਾ ਤੋਂ ਰਾਮ ਰਾਮ ਕਰੀ ਜਾ ਰਹੇ ਹਾਂ, ਸੁਰਤ ਸਾਡੀ ਕਿਤੇ ਹੋਰ ਭੱਜੀ ਫਿਰਦੀ ਰਹਿੰਦੀ ਏ, ਮਨ ਕਿਤੇ ਹੋਰ ਦੌੜਿਆ ਫਿਰਦਾ ਰਹਿੰਦਾ ਹੈ। ਪਰ ਇੱਥੇ ਗੱਲ ਹੈ ਹਿਰਦੇ ਵਸਿਆ ਪਾਰ ਬ੍ਰਹਮ। ਰਸਨਾ ਤੇ ਵਸਿਆ ਨਹੀਂ ਆਖਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਗਣਿਆ ਮੈਨੇ ਗਿਣਿਆ ਗਿਆ। ਇਹ ਸੈਨ ਨਾਈ ਬੁੱਤੀਆਂ ਕੱਢਣ ਵਾਲਾ ਅਖੌਤੀ ਨੀਵੀਂ ਜਾਤੀ ਦਾ ਆਖਿਆ ਜਾਂਦਾ ਇਨਸਾਨ, ਉਹਦੇ ਹਿਰਦੇ ਵਿੱਚ ਰੱਬ ਦਾ ਨਾਮ ਟਿਕ ਗਿਆ ਤੇ ਉਹਦੀ ਗਿਣਤੀ ਵੀ ਭਗਤਾਂ ਵਿੱਚ ਹੋ ਗਈ। ਇਹ ਬਿਧ ਸੁਣ ਕੇ ਜਾਟ ਰੋਠ ਭਗਤੀ ਲੱਗਾ। ਭਗਤ ਸੈਨ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ, ਇਹਨਾਂ ਦਾ ਇੱਕੋ ਹੀ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਉਹਦੇ ਵਿੱਚ ਉਹ ਆਖਦੇ ਨੇ, ਮਦਨ ਮੂਰਤ ਭੈ ਤਾਰ ਗੋਬਿੰਦੇ, ਸੈਨ ਭਨੈ ਭਜ ਪਰਮਾਨੰਦੇ। ਸੈਨ ਨਾਈ ਜੀ ਕੀ ਆਖਦੇ ਨੇ, ਭਜ ਪਰਮਾਨੰਦੇ, ਭਾਈ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ। ਪਰਮ ਆਨੰਦ ਭਾਵ ਉਹ ਜੋ ਸਭ ਤੋਂ ਵੱਡਾ ਆਨੰਦ ਹੈ। ਆਨੰਦ ਅਸੀਂ ਦੁਨੀਆ ਵਿੱਚ ਵੀ ਮਾਣਦੇ ਹਾਂ, ਸੁੱਖ ਸਵਾਦ ਅਸੀਂ ਰਸ ਦੁਨੀਆ ਵਿੱਚ ਵੀ ਮਾਣਦੇ ਹਾਂ, ਪਰ ਇਹ ਰਸ ਥੋੜ੍ਹੇ ਚਿਰੇ ਹੁੰਦੇ ਨੇ ਤੇ ਆ ਕੇ ਚਲੇ ਜਾਂਦੇ ਨੇ। ਪਰਮੇਸ਼ਵਰ ਦੇ ਨਾਮ ਰਸ ਨੂੰ ਪਰਮ ਆਨੰਦ ਇਸ ਲਈ ਆਖਿਆ ਜਾਂਦਾ ਹੈ ਕਿ ਜਿਸ ਮਨੁੱਖ ਨੂੰ ਇੱਕ ਵਾਰੀ ਉਹ ਪਰਮ ਆਨੰਦ ਆ ਜਾਏ, ਮੁੜ ਕੇ ਉਹ ਜਾਂਦਾ ਨਹੀਂ।
ਚਾਹੇ ਉਹਦਾ ਤਨ ਚੀਰ ਦਿਓ ਤੇ ਚਾਹੇ ਕੁਝ ਹੋਰ ਉਹਦੇ ਨਾਲ ਕਰੋ। ਸੋ ਭਗਤ ਸੈਨ ਜੀ ਸਾਨੂੰ ਇਹ ਸਿੱਖਿਆ ਬਖਸ਼ਦੇ ਨੇ, ਮਦਨ ਮੂਰਤ ਭੈ ਤਾਰ ਗੋਬਿੰਦੇ। ਮੂਰਤ ਮੈਨੇ ਸੂਰਤ, ਪਰਮੇਸ਼ਵਰ ਦਾ ਸਵਰੂਪ। ਮਦਨ ਮੈਨੇ ਮੋਹ ਲੈਣ ਵਾਲਾ। ਹੇ ਮੋਹ ਲੈਣ ਵਾਲੇ, ਸਵਰੂਪ ਵਾਲੇ ਪਰਮੇਸ਼ਵਰ। ਭੈ ਤਾਰ ਗੋਬਿੰਦੇ, ਭੈ ਮੈਨੇ ਡਰ। ਇਹ ਸੰਸਾਰ ਸਾਗਰ ਤੋਂ ਤੂੰ ਪਾਰ ਕਰ ਦੇਣ ਵਾਲਾ ਏ। ਸੈਨ ਭਨੈ, ਇਸ ਲਈ ਸੈਨ ਜੀ ਆਖਦੇ ਨੇ, ਭਜ ਪਰਮਾਨੰਦੇ। ਭਾਈ ਉਸ ਮਾਲਕ ਦਾ ਸਿਮਰਨ ਕਰੋ, ਉਸ ਮਾਲਕ ਨੂੰ ਯਾਦ ਕਰੋ। ਇਸ ਤਰ੍ਹਾਂ ਯਾਦ ਕਰਦਿਆਂ ਕਰਦਿਆਂ ਹਿਰਦੇ ਵਸਿਆ ਪਾਰ ਬ੍ਰਹਮ। ਚੇਤਾ ਕਰਦਿਆਂ ਕਰਦਿਆਂ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹਿਰਦੇ ਵਿੱਚ ਵਸ ਗਿਆ ਤੇ ਉਹਦੀ ਗਿਣਤੀ ਵੀ ਭਗਤਾਂ ਵਿੱਚ ਹੋ ਗਈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਅਖੀਰ ਤੇ ਬਚਨ ਕਰਦੇ ਨੇ, ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਵੱਡਿਆਂ ਭਾਗਾਂ ਵਾਲਾ ਧੰਨਾ ਬਣ ਗਿਆ ਭਈ ਜਦੋਂ ਉਹਨੂੰ ਪ੍ਰਤੱਖ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਸ਼ਨ ਹੋਇਆ। ਇਹ ਗੱਲ ਹੁਣ ਗੁਰੂ ਅਰਜਨ ਦੇਵ ਮੰਨਦੇ ਨੇ ਕਿ ਉਸ ਨੂੰ ਪ੍ਰਤੱਖ ਦਰਸ਼ਨ ਹੋਏ। ਤੇ ਪ੍ਰਤੱਖ ਜਿਹੜੇ ਦਰਸ਼ਨ ਨੇ ਉਹਨਾਂ ਨੂੰ ਅਸੀਂ ਅੱਖਾਂ ਨਾਲ ਵੇਖ ਸਕਦੇ ਹਾਂ, ਹੱਥਾਂ ਨਾਲ ਛੂਹ ਸਕਦੇ ਹਾਂ। ਪ੍ਰਤੱਖ ਦਰਸ਼ਨ ਵਾਹਿਗੁਰੂ ਜੀ ਦੇ ਭਗਤ ਧੰਨਾ ਜੀ ਨੂੰ ਹੋ ਗਏ। ਹੋਏ ਕਦੋਂ? ਜਦੋਂ ਉਠ ਭਗਤੀ ਲਾਗਾ, ਜਦੋਂ ਉਹ ਪ੍ਰਮਾਤਮਾ ਦੀ ਯਾਦ ਵਿੱਚ ਜੁੜਨ ਲੱਗ ਪਿਆ। ਔਰ ਇੱਕ ਇਤਿਹਾਸਕਾਰ ਨੇ ਇਸ ਤਰ੍ਹਾਂ ਵੀ ਲਿਖਿਆ ਹੈ ਕਿ ਮੰਨ ਲਓ ਹੋ ਸਕਦਾ ਏ ਭਗਤ ਧੰਨਾ ਜੀ ਨੇ ਪਹਿਲੇ ਪਹਿਲ ਉਸ ਬ੍ਰਾਹਮਣ ਕੋਲੋਂ ਪੱਥਰ ਲਿਆ ਹੀ ਹੋਵੇ, ਘਰ ਲੈ ਕੇ ਆਇਆ ਹੀ ਹੋਵੇ ਤੇ ਉਸ ਦੇ ਨਾਲ ਜਿੱਦ ਕੀਤੀ ਹੋਵੇ ਕਿ ਤੂੰ ਰੋਟੀ ਖਾ, ਲੱਸੀ ਪੀ, ਮੈਂ ਤਾਂ ਖਾਵਾਂਗਾ। ਪਰ ਹੌਲੀ ਹੌਲੀ ਉਸ ਨੂੰ ਜਿਵੇਂ ਜਿਵੇਂ ਉੱਤੇ ਚਾਰ ਭਗਤਾਂ ਦੇ ਬਾਰੇ ਜਾਣਕਾਰੀ ਮਿਲੀ ਤੇ ਉਸ ਨੂੰ ਗਿਆਨ ਵਧਣਾ ਸ਼ੁਰੂ ਹੋਇਆ ਕਿ ਰੱਬ ਸ਼ਾਇਦ ਪੱਥਰ ਵਿੱਚੋਂ ਨਹੀਂ ਨਿਕਲੇਗਾ, ਰੱਬ ਤੇ ਕਣ ਕਣ ਵਿੱਚ ਸਮਾਇਆ ਹੋਇਆ ਹੈ। ਇਹਨਾਂ ਭਗਤਾਂ ਨੇ ਕਿਵੇਂ ਰੱਬ ਦੀ ਪ੍ਰਾਪਤੀ ਕੀਤੀ ਹੈ, ਉਹ ਹੀ ਤਰੀਕਾ ਮੈਨੂੰ ਅਪਣਾ ਲੈਣਾ ਚਾਹੀਦਾ ਹੈ। ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਉਹ ਰੱਬ ਦੀ ਭਗਤੀ ਕਰਨ ਲੱਗ ਪਿਆ। ਤੇ ਭਗਤੀ ਦਾ ਮਤਲਬ ਹਮੇਸ਼ਾ ਦੋ ਹੁੰਦੇ ਨੇ, ਮਨੁੱਖਤਾ ਦੀ ਸੇਵਾ ਕਰਨਾ, ਜੀਵਾਂ ਦੀ ਸੇਵਾ ਕਰਨਾ ਤੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ। ਇਹ ਦੋਵੇਂ ਚੀਜ਼ਾਂ ਬਿਲਕੁਲ ਇੱਕੋ ਹੀ ਚੀਜ਼ ਨਾਲ ਸੰਬੰਧਿਤ ਨੇ। ਜਦੋਂ ਮਨੁੱਖ ਸੇਵਾ ਕਰਦਾ ਹੈ ਜੀਵਾਂ ਦੀ ਤੇ ਇਹ ਸਮਝ ਕੇ ਕਰਦਾ ਹੈ ਕਿ ਸਾਰਿਆਂ ਵਿੱਚ ਰੱਬ ਵਸਦਾ ਹੈ। ਤੇ ਜਦੋਂ ਰੱਬ ਦਾ ਸਿਮਰਨ ਕਰਦਾ ਹੈ ਉਹ ਤੇ ਸਿੱਧਾ ਰੱਬ ਨਾਲ ਹੀ ਸੰਬੰਧਿਤ ਹੈ, ਵਿੱਚ ਜੀਵਾਂ ਦੀ ਲੋੜ ਵੀ ਨਹੀਂ ਪੈਂਦੀ। ਪਰ ਇਹ ਦੋ ਚੀਜ਼ਾਂ ਸੇਵਾ ਤੇ ਸਿਮਰਨ ਜਿਹੜਾ ਵੀ ਮਨੁੱਖ ਕਰੇ ਉਹਨੂੰ ਚਾਹੀਦਾ ਧਿਆਨ ਵਿੱਚ ਰੱਖੇ ਕਿ ਜੇ ਮੈਂ ਸੇਵਾ ਕਰਦਾ ਇਹ ਵੀ ਰੱਬ ਦੇ ਬੰਦਿਆਂ ਦੀ ਰੱਬ ਦੀ ਹੀ ਸੇਵਾ ਹੈ। ਜੇ ਮੈਂ ਸਿਮਰਨ ਕਰਦਾ, ਰੱਬ ਨੂੰ ਯਾਦ ਕਰਦਾ ਤੇ ਉਸ ਨੂੰ ਹੀ ਯਾਦ ਕਰਦਾ ਜਿਹੜਾ ਇਹਨਾਂ ਸਾਰਿਆਂ ਵਿੱਚ ਵਸਦਾ ਹੈ। ਸੋ ਸੇਵਾ ਤੇ ਸਿਮਰਨ। ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਉਹ ਰੱਬ ਦੀ ਭਗਤੀ ਵਿੱਚ ਲੱਗ ਗਿਆ ਤੇ ਉਸ ਨੂੰ ਗੁਸਾਈ ਦੇ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋ ਗਏ ਤੇ ਧੰਨਾ ਵੱਡਿਆਂ ਭਾਗਾਂ ਵਾਲਾ ਬਣ ਗਿਆ। ਹੁਣ 1-2 ਮਿੰਟ ਭਾਈ ਸਾਹਿਬ ਜੇ ਨਹੀਂ ਆਏ ਮੈਂ ਆਪ ਜੀ ਦੇ ਲਵਾਂਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਸ਼ਬਦ ਆਪਾਂ ਆਖਿਆ ਸੀ ਨਾ ਕਿ ਸੁਣ ਸਾਖੀ ਮਨ ਜਪ ਪਿਆਰ, ਉਹਦੇ ਵਿੱਚ ਬਹੁਤ ਸਾਰੇ ਭਗਤਾਂ ਦੇ ਨਾਂ ਲੈ ਕੇ ਗੁਰੂ ਸਾਹਿਬ ਨੇ ਦੱਸਿਆ ਕਿ ਇਹਨਾਂ ਭਗਤਾਂ ਨੇ ਰੱਬ ਦੀ ਭਗਤੀ ਕਿਵੇਂ ਕੀਤੀ, ਰੱਬ ਨੂੰ ਕਿਵੇਂ ਪਾਇਆ। ਉਸ ਸ਼ਬਦ ਵਿੱਚ ਭਗਤ ਧੰਨਾ ਜੀ ਦੇ ਬਾਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਨੇ, ਧੰਨੈ ਸੇਵਿਆ ਬਾਲ ਬੁੱਧ। ਬਾਲ ਬੁੱਧ ਤੋਂ ਮਤਲਬ ਹੈ ਬੱਚਿਆਂ ਵਾਲੀ ਮੱਤ। ਬੱਚਿਆਂ ਵਾਲੀ ਮੱਤ ਕੀ ਹੈ? ਬੱਚਿਆਂ ਵਿੱਚ ਵਿਕਾਰ ਨਹੀਂ ਹੁੰਦੇ, ਬੱਚਿਆਂ ਦੇ ਮਨਾਂ ਵਿੱਚ ਕਿਸੇ ਦੇ ਪ੍ਰਤੀ ਨਫ਼ਰਤ ਨਹੀਂ ਹੁੰਦੀ, ਬੱਚਿਆਂ ਦੇ ਮਨਾਂ ਵਿੱਚ ਕੋਈ ਲੋਭ ਲਾਲਚ ਨਹੀਂ ਹੁੰਦਾ, ਉਹਨਾਂ ਦੇ ਮਨਾਂ ਵਿੱਚ ਕੋਈ ਕਾਮ ਵਾਸਨਾ ਸਿਰ ਨੂੰ ਨਹੀਂ ਚੜੀ ਹੁੰਦੀ। ਉਹ ਬੜੇ ਸ਼ਾਂਤ ਹੁੰਦੇ ਨੇ, ਮਨ ਦੇ ਨਿਰਮਲ ਹੁੰਦੇ ਨੇ, ਸਹਿਜ ਸੁਭਾਅ ਹੁੰਦੇ ਨੇ। ਉਹਨਾਂ ਨੂੰ ਜੋ ਆਖੋ ਉਹ ਉਸੇ ਤਰ੍ਹਾਂ ਹੀ ਮੰਨੀ ਜਾਂਦੇ ਨੇ, ਉਸ ਤਰ੍ਹਾਂ ਹੀ ਹਾਂ ਵਿੱਚ ਹਾਰ ਲਾਈ ਜਾਂਦੇ ਨੇ, ਉਸ ਤਰ੍ਹਾਂ ਹੀ ਕਰਨ ਲੱਗ ਪੈਂਦੇ ਨੇ ਜਿਵੇਂ ਤੁਸੀਂ ਆਖਦੇ ਹੋ। ਸੋ
ਭਗਤ ਧੰਨਾ ਜੀ ਨੇ ਇਸ ਤਰ੍ਹਾਂ ਨਿਰਛਲ ਬੁੱਧੀ ਦੇ ਨਾਲ, ਪਿਆਰ ਦੇ ਨਾਲ, ਨਫ਼ਰਤ ਆਦਿਕਾਂ ਦਾ, ਕਿਉਂਕਿ ਉਹਨਾਂ ਦੇ ਮਨ 'ਚ ਹੈ ਹੀ ਨਹੀਂ ਸਨ, ਇੱਕ ਜ਼ਿਮੀਂਦਾਰੇ ਨਾਲ ਸੰਬੰਧਿਤ ਇਨਸਾਨ ਸੀ, ਇਸ ਨਫ਼ਰਤ, ਕੀਨਾ, ਸਾੜਾ ਇਤਿਆਦਿਕ ਚੀਜ਼ਾਂ ਤੋਂ ਉਹ ਪਹਿਲਾਂ ਹੀ ਦੂਰ ਸੀ। ਸਹਿ ਸੁਭਾਏ ਜੀਵਨ ਜਿਉਣ ਵਾਲਾ ਬੰਦਾ ਸੀ। ਆਪਣੀ ਧਰਮ ਦੀ ਕਿਰਤ ਕਰਦਾ, ਜੋ ਖੇਤਾਂ ਵਿੱਚ ਪੈਦਾ ਹੁੰਦਾ ਆਪ ਤੇ ਆਪਣੇ ਜੀਆਂ ਦੇ ਨਾਲ ਮਿਲ ਕੇ ਬੈਠ ਕੇ ਖਾਂਦਾ। ਬਸ ਇਹੋ ਜਿਹਾ ਸਧਾਰਨ ਜਿਹਾ ਜੀਵਨ ਸੀ। ਤੇ ਉਸ ਦੀ ਜਿਹੜੀ ਬੁੱਧੀ ਸੀ ਉਹ ਇੰਨੀ ਨਿਰਛਲ ਸੀ, ਉਹਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਛਲ ਕਪਟ ਨਹੀਂ ਸੀ। ਉਸ ਨੇ ਇਹੋ ਜਿਹੀ ਮੱਤ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ ਤੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਪ੍ਰਤੱਖ ਦਰਸ਼ਨ ਦੇ ਦਿੱਤੇ। ਸੋ ਇੱਥੋਂ ਅਸੀਂ ਅਗਲਾ ਸ਼ਬਦ ਅਗਲੀ ਕਥਾ ਵਿੱਚ ਸ਼ੁਰੂ ਕਰਾਂਗੇ। ਭਗਤ ਧੰਨਾ ਜੀ ਦਾ ਜੋ 488 ਪੇਜ ਤੇ ਹੈ, ਇਸੇ ਹੀ ਲੜੀ ਵਿੱਚ ਤੇ ਸ਼ਬਦ ਨੰਬਰ 3 ਆਏਗਾ, ਜਿਸ ਵਿੱਚ ਉਹ ਆਖਦੇ ਨੇ, ਰੇ ਚਿੱਤ ਚੇਤਸ ਕੀਨਾ ਦਇਆਲ ਦਮੋਦਰ, ਬਿਭੈ ਨ ਜਾਣਸ ਕੋਈ, ਜੇ ਧਾਵਹਿ ਬ੍ਰਹਮੰਡ ਖੰਡ ਕੋ, ਕਰਤਾ ਕਰੈ ਸੋ ਹੋਈ। ਇਸ ਸ਼ਬਦ ਨੂੰ ਆਪਾਂ ਅਗਲੇ ਐਤਵਾਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਇੰਨੇ ਕੁ ਬਚਨ ਤੁਸੀਂ ਪ੍ਰਵਾਨ ਕਰਨਾ ਤੇ ਇਹ ਗੱਲ ਮਨ ਵਿੱਚ ਪੱਕੀ ਸਾਨੂੰ ਬਣਾ ਲੈਣੀ ਚਾਹੀਦੀ ਏ ਕਿ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਦੱਸ ਰਹੇ ਨੇ ਭਗਤ ਧੰਨਾ ਜੀ ਦੇ ਬਾਰੇ ਕਿ ਭਗਤ ਧੰਨਾ ਜੀ ਨੇ ਉੱਤੇ ਦੱਸੇ 4 ਭਗਤਾਂ ਦੇ ਜੀਵਨ ਬਾਰੇ ਸੁਣਿਆ ਤੇ ਸੁਣ ਕੇ ਮਨ ਵਿੱਚ ਭਗਤੀ ਕਰਨ ਦਾ ਚਾਅ ਪੈਦਾ ਹੋਇਆ। ਭਗਤੀ ਕਰਕੇ ਉਸ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ। ਇਹਨਾਂ ਸ਼ਬਦਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।